ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਿਰਦੈ ਨਾ ਪ੍ਰੇਮ ਸਮਾਏ। ਸ੍ਰੀ ਨਾਨਕ ਤਨ ਭਗਤ ਧਰ ਆਸਾ ਰਾਗ ਉਠਾਏ। ਗਾਇਓ ਸ਼ਬਦ ਬਨਾਏ ਕਾ ਹਿਰਦੈ ਨਾ ਪ੍ਰੇਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਗੁਰੂ ਚਰਨਾਂ 'ਚ ਅਰਦਾਸ ਹੋਈ। ਆਪ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦਾ ਜੋ ਸੋਹਣਾ ਪਵਿੱਤਰ ਇਤਿਹਾਸ ਹੈ ਉਹ ਆਪਾਂ ਸੰਗਤ ਰੂਪ ਵਿੱਚ ਮਿਲ ਜੁਲ ਕੇ ਪੜ੍ਹ ਸੁਣ ਵਿਚਾਰ ਰਹੇ ਹਾਂ। ਜਿਵੇਂ ਗੁਰੂ ਸਾਹਿਬ ਜੀ ਨੇ ਕਾਬਲ ਦੇ ਇਲਾਕੇ ਵਿੱਚ ਜਾ ਕੇ ਕਲਾ ਵਰਤਾਈ ਸੀ। ਉੱਥੋਂ ਦੇ ਜਿਹੜੇ ਕੋਈ ਭੁੱਲੇ ਭਟਕੇ ਲੋਕ ਸਨ, ਐਵੇਂ ਮਾਨੀ ਹੰਕਾਰੀ ਹੋਏ ਪਏ ਸੀ। ਉਹਨਾਂ ਦੇ ਮਾਣ ਨੂੰ ਅਤੇ ਵਿਤਕਰੇ ਨੂੰ ਨਿਵਰਤ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਜਿਹੜੀ ਮਸੀਤ ਉਹ ਕਾਬਲ ਦੇ ਸ਼ਹਿਰ ਦੇ ਆਲੇ ਦੁਆਲੇ ਘੁਮਾਈ ਫਿਰਾਈ। ਜਿਸ ਨੂੰ ਵੇਖ ਕੇ ਇੱਥੋਂ ਦੇ ਸਾਰੇ ਮੁੱਲੇ ਕਾਜੀ ਮੁਲਾਣੇ ਬਹੁਤ ਨਿਮਰਤਾ ਵਿੱਚ ਆਏ ਸਨ।
फिर गुरु साहब जी तो उपदेश लिया। ਜਿਹੜੇ ਮੁਸਲਮਾਨ ਉਹ ਸਤਿਗੁਰ ਜੀ ਦੇ ਖੱਬੇ ਚਰਨ ਨੂੰ ਮੱਥਾ ਟੇਕਦੇ ਹੈ, ਜਿਹੜੇ ਕਾਬਲ ਵਿੱਚ ਹਿੰਦੂ ਸਨ ਉਹ ਗੁਰੂ ਸਾਹਿਬ ਜੀ ਦੇ ਸੱਜੇ ਚਰਨ ਨੂੰ ਮੱਥਾ ਟੇਕਦੇ ਹੈ। ਇਵੇਂ ਸਾਰਿਆਂ ਨੇ ਲਾਹਾ ਲਿਆ। ਉੱਥੇ ਜਿਹੜੇ ਰਹਿਣ ਵਾਲੇ ਲੋਕਾਂ ਨੂੰ ਗੁਰੂ ਜੀ ਨੇ ਉਪਦੇਸ਼ ਕੀਤਾ ਅਤੇ ਸਿੱਧੇ ਰਾਹ ਪਾਇਆ। ਉੱਥੋਂ ਚੱਲ ਕੇ ਮਹਾਰਾਜ ਜੀ ਇੱਕ ਐਸੇ ਨਗਰ ਚਲੇ ਗਏ ਜਿੱਥੇ ਬਾਰ-ਬਾਰ ਇੱਕ ਖੇਤ ਸੀ ਚਣਿਆਂ ਦੀ ਫਸਲ ਦਾ, ਜਿਸ ਚਣਿਆਂ ਨੂੰ ਵੇਖ ਕੇ ਭਾਈ ਮਰਦਾਨੇ ਜੀ ਦਾ ਮਨ ਲੁਭਾਇਮਾਨ ਹੋਇਆ ਵੀ ਮੈਂ ਖਾ ਲਵਾਂ। ਕਿਹਾ ਹੈ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਅਤੇ ਮੈਂ ਆਹ 2-4 ਬੂਟੇ ਪੁੱਟ ਕੇ ਇਹ ਚਣਿਆਂ ਨੂੰ ਭੁੰਨ ਕੇ ਹੋਲਾ ਬਣਾ ਕੇ ਛਕ ਲਵਾਂ। ਗੁਰੂ ਸਾਹਿਬ ਜੀ ਹੱਸੇ ਹੈ, ਚੁੱਪ ਕੀਤੇ ਰਹੇ। ਇੰਨੇ ਨੂੰ ਉਹ ਬਾਲਕ ਜੋ ਖੇਤ ਦਾ ਰਖਵਾਲਾ ਬੈਠਾ ਸੀ ਉਹਨੇ ਵੇਖਿਆ ਵੀ ਸੰਤ ਸਾਧੂ ਆਏ ਹੋਏ, ਆਪ ਵੀ ਬੂਟੇ ਜਿਹੇ ਪੁੱਟ ਕੇ ਅੱਗ ਨਾਲ ਬਣਾ ਸਵਾਰ ਕੇ ਹੋਲਾ ਬਣਾ ਕੇ ਲਿਆ ਰੱਖੀਆਂ ਸਤਿਗੁਰੂ ਜੀ ਅੱਗੇ। ਗੁਰੂ ਸਾਹਿਬ ਜੀ ਨੇ ਕਿਹਾ ਵੀ ਮਰਦਾਨਾ ਤੂੰ ਛਕ ਲਾ। ਭਾਈ ਮਰਦਾਨੇ ਨੇ ਛਕ ਕੇ ਲਾਹਾ ਲਿਆ ਹੈ। ਫਿਰ ਜਦੋਂ ਇਹ ਬੱਚਾ ਇਹਨੇ ਇਹ ਸੋਚਿਆ ਹੈ ਵੀ ਮੈਂ ਸੰਤਾਂ ਵਾਸਤੇ ਕੁਝ ਘਰੋਂ ਬਣਾ ਕੇ ਲੈ ਆਵਾਂ, ਜਿਸ ਕਰਕੇ ਸੰਤ ਭੁੱਖੇ ਹੋਣਗੇ ਛਕ ਲੈਣਗੇ। ਜਦੋਂ ਉੱਠਣ ਲੱਗਾ ਸਤਿਗੁਰੂ ਜੀ ਨੇ ਪੁੱਛਿਆ ਵੀ ਬਾਲਕ ਕਿੱਥੇ ਚੱਲਿਆ ਹੈ? ਕਹਿਣ ਲੱਗਾ ਮਹਾਰਾਜ ਤੁਹਾਡੇ ਵਾਸਤੇ ਕੋਈ ਛਕਣ ਛਕਾਉਣ ਨੂੰ। ਗੁਰੂ ਸਾਹਿਬ ਜੀ ਨੇ ਫਿਰ ਉਹ ਬਚਨ ਕੀਤਾ, ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਉਹ ਬਾਰ ਰੂਪ ਬਚਨਾਂ ਨਾਲ ਹੀ ਇਹਨੂੰ ਚੱਕਰਵਰਤੀ ਪਾਤਸ਼ਾਹ ਥਾਪ ਦਿੱਤਾ। ਇਹ ਬਚਨ ਕਰਕੇ ਗੁਰੂ ਸਾਹਿਬ ਜੀ ਚਲੇ ਗਏ। ਇਸ ਨਗਰ ਦਾ ਰਾਜਾ ਸੀ ਜਿਹਦਾ ਕੋਈ ਭਰਾ ਅਤੇ ਪੁੱਤਰ ਨਹੀਂ ਸੀ। ਉਸੇ ਰਾਤ ਹੀ ਉਸੇ ਦਿਨ ਉਹ ਚੜ੍ਹਾਈ ਕਰ ਗਿਆ। ਇਹ ਬੱਚਾ ਖੇਤ ਵਿੱਚ ਹੀ ਬੈਠਾ ਰਿਹਾ। ਜਦੋਂ ਸਵੇਰੇ ਵਾਪਸ ਚੱਲਿਆ, ਰਾਤ ਸਲਾਹ ਕੀਤੀ ਗਈ ਸੀ ਵਜ਼ੀਰਾਂ ਵੱਲੋਂ ਸਾਰੀ ਪਰਜਾ ਨਾਲ ਵੀ ਆਪਾਂ 3 ਦਰਵਾਜ਼ੇ ਬੰਦ ਕਰ ਲੈਣੇ, ਚੌਥੇ ਦਰਵਾਜ਼ੇ ਅੱਗੇ ਜਾ ਕੇ ਬੈਠ ਜਾਣਾ ਅਤੇ ਜਿਹੜਾ ਹੀ ਅੰਮ੍ਰਿਤ ਵਾਲੇ ਉਹ ਦਰਵਾਜ਼ੇ ਵਿੱਚ ਪਹਿਲਾ ਪੁਰਸ਼ ਪ੍ਰਵੇਸ਼ ਕਰੇਗਾ ਨਗਰ ਵਿੱਚ, ਅਸੀਂ ਸਮਝਾਂਗੇ ਪਰਮੇਸ਼ਰ ਨੇ ਉਹ ਭੇਜਿਆ ਅਤੇ ਉਹਨੂੰ ਥਾਪ ਦਿਆਂਗੇ। ਫਿਰ ਉਹੀ ਉਹ ਕਲਾ ਵਰਤੀ। ਇਹ ਬੱਚਾ ਆ ਗਿਆ, ਇਹਨੂੰ ਆਪਣਾ ਰਾਜਾ ਮੰਨ ਕੇ ਅਤੇ ਸਾਰਿਆਂ ਨੇ ਰਾਜਾ ਥਾਪ ਦਿੱਤਾ, ਤਿਲਕ ਲਾ ਦਿੱਤਾ ਅਤੇ ਗੁਰੂ ਸਾਹਿਬ ਜੀ ਦੇ ਜਿਹੜੇ ਕੀਤੇ ਹੋਏ ਬਚਨ ਉਹ ਸਫਲ ਹੋ ਗਏ। ਫਿਰ ਉੱਥੋਂ ਚੱਲ ਕੇ ਮਹਾਰਾਜ ਜੀ ਚੱਲੇ ਜਾ ਰਹੇ ਸਨ। ਰਸਤੇ ਵਿੱਚ ਇੱਕ ਵਪਾਰੀ ਮਿਲਿਆ। ਗੁਰੂ ਸਾਹਿਬ ਜੀ ਨੇ ਕਿਹਾ ਵੀ ਵਪਾਰੀ ਵੀ ਤੂੰ ਆ ਜੋ ਗੰਢ ਮੋਢੇ ਮਗਰ ਪਾਈ ਵੀ ਇਹਦੇ ਵਿੱਚ ਕੀ ਬੰਨ੍ਹਿਆ ਹੈ? ਕਹਿਣ ਲੱਗਾ ਇਹ ਸੰਤ ਜੀ ਇਹਦੇ ਵਿੱਚ ਲੂਣ ਰੂੰ ਅਤੇ ਹੋਰ ਕੁਝ ਵਸਤਾਂ ਹਨ ਜਿਹਦਾ ਮੈਂ ਵਪਾਰ ਕਰਦਾ ਹਾਂ ਪਿੰਡੋਂ ਪਿੰਡੀ ਫਿਰ ਕੇ। ਮਹਾਰਾਜ ਕਹਿਣ ਲੱਗੇ ਵੀ ਇਹ ਗੰਢ ਜੀ ਆਪਣੀ ਲਾ ਕੇ ਸਾਨੂੰ ਖੋਲ੍ਹ ਕੇ ਦਿਖਾ। ਫਿਰ ਜਦੋਂ ਖੋਲ੍ਹੀ ਹੈ ਵਿੱਚ ਵੱਟੇ ਸਨ। ਗੁਰੂ ਸਾਹਿਬ ਜੀ ਨੇ ਚੁੱਕ ਲਿਆ ਇੱਕ ਵੱਟਾ ਅਤੇ ਪੁੱਛਿਆ ਵੀ ਆਹ ਵੱਟਾ ਕਿਵੇਂ ਹੈ, ਕਿਹੜਾ ਕਿੰਨੇ ਦਾ ਦੱਸ। ਇਹ ਕਹਿੰਦਾ ਜੀ ਇੱਕ 5 ਸੇਰ ਦਾ, ਇੱਕ 2 ਸੇਰ ਦਾ, ਇੱਕ ਸੇਰ ਦਾ ਹੈ ਜੀ, ਜਿਹੜਾ ਤੁਹਾਡੇ ਹੱਥ ਵਿੱਚ ਉਹ ਪਾਓ ਦਾ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਆਹ ਜਿਹੜਾ ਪਾਓ ਦਾ ਵੱਟਾ ਹੈ ਧੰਤਾ ਯੋਗ ਹੈ, ਜਿਹਨੇ ਆਪਣਾ ਛੋਟਾ ਨਾਮ ਰਖਾਇਆ, ਇਹ ਤਾਂ ਵਿਦੇਸ਼ ਹੀ ਦੇਣਾ ਸੀ। ਇਹ ਸੁਣਦਿਆਂ ਹੀ ਇਹਨੇ ਆਪਾ ਭਾਵ ਖੋ ਕੇ ਸ਼ਰਨੀ ਪੈ ਗਿਆ ਵੀ ਜੇ ਨਿਮਾਣੇ ਹੋਇਆਂ ਵਡਿਆਈ ਮਿਲਦੀ ਅਤੇ ਨੀਵੇਂ ਹੋ ਜਾਈਏ। ਜਿਸ ਕਰਕੇ ਗੁਰੂ ਜੀ ਨੇ ਇਹਨੂੰ ਮਹਾਨ ਕੇਵਲ ਮੁਕਤੀ ਬਖਸ਼ ਦਿੱਤੀ ਸੀ। ਇਹ ਕੁਝ ਵੇਖ ਕੇ, ਇਹ ਕੁਝ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਨੂੰ ਪੁੱਛ ਲਿਆ ਵੀ ਵੇਖੋ ਉਸ ਨੇ ਕੋਈ ਕਮਾਈ ਨਹੀਂ ਕੀਤੀ ਸ਼ਬਦ ਦੀ,
ਕੋਈ ਸੇਵਾ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਵੱਡੀ ਉਹਨੇ ਦਾਤ ਪਾ ਲਈ, ਉਸੇ ਵੇਲੇ ਬ੍ਰਹਮ ਗਿਆਨ। ਇਹ ਮਰਦਾਨਾ ਸਾਰੀ ਸਾਨੂੰ ਕਥਾ ਕਹੋ। ਭਾਈ ਮਰਦਾਨਾ, ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਸਾਹਿਬ ਜੀ ਮੈਂ ਪੁੱਛਿਆ ਸੀ ਸਤਿਗੁਰਾਂ ਨੂੰ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਬਾਲਾ ਸੁਣ, ਜਿਵੇਂ ਦੀਵਾ ਹੋਵੇ, ਉਹਦੇ ਵਿੱਚ ਤੇਲ ਹੋਵੇ, ਵੱਟੀ ਪਈ ਹੋਵੇ, ਬਸ ਉਹਨੂੰ ਅੱਗ ਲਾਉਣ ਦੀ ਦੇਰ ਹੁੰਦੀ, ਉਹ ਬਲ ਪੈਂਦਾ ਅਤੇ ਪ੍ਰਕਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਤੂੰ ਇਹ ਵਪਾਰੀ ਨੂੰ ਵੇਖ ਲਾ ਕਿ ਪ੍ਰੇਮ ਰੂਪੀ ਤੇਲ ਵੀ ਪੂਰਾ ਹੈ, ਸਾਧਨਾ ਰੂਪੀ ਵੱਟੀ ਵੀ ਹੈ। ਬਸ ਸਾਡੇ ਉਪਦੇਸ਼ ਦੀ ਜ਼ਰੂਰਤ ਸੀ, ਕਿਰਪਾ ਰੂਪੀ ਅਗਨੀ ਦੀ ਜ਼ਰੂਰਤ ਸੀ, ਉਪਦੇਸ਼ ਰੂਪੀ ਅਗਨੀ ਦੀ ਜ਼ਰੂਰਤ ਸੀ, ਅਤੇ ਜਿਸ ਕਰਕੇ ਉਹ ਅਸੀਂ ਦੇ ਦਿੱਤਾ ਹੈ। ਅਤੇ ਇਹ ਕਿਰਪਾ ਰੂਪੀ ਉਪਦੇਸ਼ ਰੂਪੀ ਅਗਨੀ ਦੇ ਨਾਲ ਇਹ ਗਿਆਨ ਰੂਪੀ ਦੀਵਾ ਜਾਗਿਆ ਹੈ। ਫਿਰ ਇਹ ਸਮਝਾ ਕੇ ਗੁਰੂ ਸਾਹਿਬ ਜੀ ਅੱਗੇ ਚਲੇ ਗਏ। ਇੱਕ ਉਜਾੜ ਆ ਗਈ। ਭਾਈ ਮਰਦਾਨਾ ਉਜਾੜ ਵੇਖ ਕੇ ਕਹਿਣ ਲੱਗੇ, ਸਤਿਗੁਰੂ ਜੀ, ਤਾਂ ਬੜੀ ਤਗੜੀ ਉਜਾੜ ਹੈ, ਇੱਥੇ ਤਾਂ ਕੋਈ ਮਨੁੱਖ ਸਰੀਰ ਦਿਸਦਾ ਹੀ ਨਹੀਂ ਹੈ, ਆਪ ਜੀ ਕਿੱਥੇ ਲੈ ਆਂਦਾ ਹੈ। ਮਹਾਰਾਜ ਕਹਿਣ ਲੱਗੇ, ਮਰਦਾਨਿਆ, ਇਹਨੂੰ ਤੂੰ ਉਜਾੜ ਨਾ ਜਾਣ, ਇਹ ਉਜਾੜ ਨਹੀਂ, ਇਹ ਤਾਂ ਧਨਤਾ ਯੋਗ ਥਾਂ ਹੈ। ਇਹ ਬੜੀ ਸੋਹਣੀ ਨਗਰੀ ਵਸਦੀ ਹੈ, ਜੰਗਲ, ਬੜੀ ਸੋਹਣੀ ਬਸਤੀ, ਧਨ, ਜਿੱਥੇ ਸਤਿਨਾਮ ਵਾਹਿਗੁਰੂ ਦਾ ਭਜਨ ਬੰਦਗੀ ਹੁੰਦੀ ਹੈ, ਅਤੇ ਜਿੱਥੇ ਉੱਚੇ ਉੱਚੇ ਮਹਿਲ ਮਾੜੀਆਂ ਨਗਰ ਵਸਦੇ ਹੋਣ। ਪਰ ਜੇ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹ ਕਦੀ ਸੁਖੀ ਨਹੀਂ ਵਸ ਸਕਦੇ। ਉਹ ਸ਼ਹਿਰ ਵੀ ਭੱਠ ਹੀ ਹਨ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸੰਗ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਆ ਜਿਹੜੇ ਵੱਡੇ ਵੱਡੇ ਸ਼ਹਿਰਾਂ 'ਚ ਰਹਿਣਾ, ਇਹਦੇ ਭੱਠ ਦੇ ਸਮਾਨ ਰਹਿਣਾ ਹੈ। ਪਰਮੇਸ਼ਰ, ਜੇ ਤੇਰੇ ਨਾਮ ਤੋਂ ਬਿਨਾਂ ਰਹੀਏ ਤੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ। ਵੀ ਉਹ ਨਗਰ ਉਜੜ ਜਾਣ, ਉਹ ਉਜੜਿਆ ਸਮਾਨ ਘਰ ਹੈ, ਉਹ ਉਜਾੜਾਂ ਵਾਂਗ ਮੰਦਰ ਹੈ, ਉਹ ਉਜਾੜਾਂ ਵਾਂਗ ਸ਼ਹਿਰ ਹੈ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਸਿੱਧ ਜਤੀ ਜੋਗੀ ਤਬੀ ਸਾਰੇ ਨਾਮ ਨੂੰ ਚਾਹੁੰਦੇ ਹੈ। ਵੱਡੇ ਵੱਡੇ ਰਾਜੇ ਜਿਸ ਕਰਕੇ ਉਹ ਆਪਣੇ ਘਰਾਂ ਨੂੰ ਛੱਡ ਕੇ ਅਤੇ ਇੱਥੇ ਜੰਗਲਾਂ ਵਿੱਚ ਹੀ ਆ ਗਏ, ਤਪ ਕਰਕੇ ਅਤੇ ਨਾਮ ਦੀ ਕਮਾਈ ਕਰਕੇ ਸੁਰਖਰੂ ਹੋ ਕੇ ਗਏ ਹੈ। ਇਸ ਕਰਕੇ ਮਰਦਾਨਾ ਉਜਾੜ ਨਹੀਂ ਹੈ। ਉਹ ਫਿਰ ਜਿਵੇਂ ਸ਼ਬਦ ਉਚਾਰਨ ਕੀਤਾ ਸੀ ਪ੍ਰੇਮ ਵਿੱਚ ਆ ਕੇ ਆਸਾ ਰਾਗ 'ਚ, ਅੱਗੇ ਜਿਵੇਂ ਕਥਾ ਵਿਚਾਰ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਿਰਦੈ ਨਾ ਪ੍ਰੇਮ ਸਮਾਏ। ਇਹ ਕੁਝ ਕਹਿ ਕੇ ਸਤਿਗੁਰੂ ਜੀ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਹਿਰਦੇ ਵਿੱਚ, ਉਹ ਸਮਾਇਆ ਨਹੀਂ ਹੈ। ਭਾਵ ਜਿਹੜਾ ਹਿਰਦੇ ਵਿੱਚ ਪ੍ਰੇਮ ਸੀ ਉਹ ਸਮਾਇਆ ਨਾ ਰਿਹਾ, ਮੱਲੋ ਮੱਲੀ ਉਹ ਪ੍ਰੇਮ ਪ੍ਰਗਟ ਹੋ ਗਿਆ, ਬਾਹਰ ਆ ਗਿਆ। ਸ੍ਰੀ ਨਾਨਕ ਤਨ ਭਗਤ ਧਰ। ਜੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਰੀਰ ਹੈ ਪਰਮੇਸ਼ਰ ਦੀ ਭਗਤੀ ਨੇ ਉਹ ਸਰੀਰ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਦਾ। ਆਸਾ ਰਾਗ ਉਠਾਏ। ਪ੍ਰੇਮ ਵਿੱਚ ਆ ਕੇ
ਜਿਹੜਾ ਆਸਾ ਰਾਗ ਉਹਦੇ ਵਿੱਚ ਸ਼ਬਦ ਉਠਾਇਆ, ਉਚਾਰਨ ਕੀਤਾ। ਗਾਇਓ ਸ਼ਬਦ ਬਣਾਏਗਾ, ਬੜਾ ਬਣਾ ਸਵਾਰ ਕੇ ਆਸਾ ਰਾਗ ਵਿੱਚ ਧੁਰ ਕੀ ਬਾਣੀ ਸ਼ਬਦ ਦਾ ਸਤਿਗੁਰੂ ਜੀ ਨੇ ਗਾਇਆ। ਆਸਾ ਘਰ ਚੌਥਾ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਚੌਥੇ ਘਰ ਸੁਰਤਾਲ ਵਿੱਚ ਗਾਉਣ ਦੀ ਆਗਿਆ ਗੁਰੂ ਜੀ ਨੇ ਬਖਸ਼ੀ ਤੇ ਆਪ ਗਾਇਆ। ਮਹੱਲਾ ਪਹਿਲਾ, ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰ ਰਹੇ ਹੈ। ਪਹਿਲਾ ਮੰਗਲ ਕਰਦੇ ਇੱਕ ਜੋ ਅਦਵੈਤ ਸਰੂਪ ਪਰਮਾਤਮਾ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਰੱਖਿਅਕ ਹੈ, ਸਤਿਗੁਰ ਦੀ ਕਿਰਪਾ ਕਰਕੇ ਪ੍ਰਾਪਤੀ ਹੈ ਸੇ ਵਾਹਿਗੁਰੂ ਦੀ। ਦੇਵਤਿਆ ਦਰਸ਼ਨ ਕੇ ਤਾਈ, ਮਹਾਰਾਜ ਕਹਿਣ ਲੱਗੇ ਵੀ ਮਰਦਾਨਿਆ, ਜਿਹੜੇ ਜਿੰਨੇ ਦੇਵੀ ਦੇਵਤੇ ਉਹਨਾਂ ਸਾਰਿਆਂ ਨੇ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੇ ਤਾਈਂ, ਦਰਸ਼ਨਾਂ ਦੇ ਵਾਸਤੇ ਦੁਖ ਭੁਖ ਤੀਰਥ ਕੀਏ। ਸਰੀਰ ਉੱਪਰ ਦੁੱਖ ਵੀ ਸਹਾਰੇ, ਇਵੇਂ ਭੁੱਖ ਵੀ ਸਹਾਰੀ, ਤੀਰਥ ਯਾਤਰਾ ਵੀ ਕੀਤੇ। ਦੇਵਤਿਆਂ ਦਰਸ਼ਨ ਕੇ ਤਾਈ, ਵੀ ਦੇਵੀ ਦੇਵਤਿਆਂ ਨੇ ਵਾਹਿਗੁਰੂ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਵਾਸਤੇ ਦੁੱਖ ਭੁੱਖ ਵੀ ਸਹਾਰੇ ਹੈ। ਤੀਰਥ ਜਿਹੜੇ ਹੈ ਉਹ ਵੀ ਸਥਿਤ ਕੀਤੇ ਹੈ, ਤਪ ਕਰਕੇ ਸਾਧਨਾ ਕਰਕੇ ਜਿਹੜੇ ਤੀਰਥ ਪਵਿੱਤਰ ਜਗ੍ਹਾ ਇਸ ਅਸਥਾਨ ਕਾਇਮ ਕੀਤੇ ਹਨ। ਜੋਗੀ ਜਤੀ ਜਗਤ ਮਹਿ ਰਹਤੇ, ਜਿਹੜੇ ਜੋਗੀ ਜੋਗਾ ਅਭਿਆਸੀ ਪ੍ਰਾਣਾਯਾਮ ਹਠ ਯੋਗ ਕਰਨ ਵਾਲੇ ਉਹ ਵੀ ਪਰਮੇਸ਼ਰ ਦੇ ਵਿੱਚ ਜੁਗਤ ਜੁਗਤੀ ਨਾਲ ਜੁੜੇ ਰਹਿੰਦੇ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ, ਜਾਂ ਸੁਪਨੇ ਬਿੰਦਨਾ ਦੇਈ ਝਰਣਾ। ਆ ਜਤੀ ਜਿਹੜੇ ਹਨੂਮਾਨ ਹੈ, ਭੀਸ਼ਮ ਪਿਤਾਮਾ, ਲਛਮਣ, ਗੋਰਖਨਾਥ, ਦੱਤਾਤਰੇ, ਇਹ 6 ਜਤੀ। ਫਿਰ ਔਰ ਅਨੇਕਾਂ ਜਿੰਨੇ ਜਤੀ ਹੈ ਜਤ ਰੱਖਣ ਵਾਲੇ, ਸਾਰੇ ਵਾਹਿਗੁਰੂ ਦੀ ਜੁਗਤੀ ਵਿੱਚ ਜੁੜੇ ਰਹਿੰਦੇ ਹੈ। ਕਰ ਕਰ ਭਗਵੇਂ ਭੇਖ ਪਏ, ਵਾਹਿਗੁਰੂ ਨਾਲ ਪ੍ਰੇਮ ਕਰਕੇ, ਹਿਰਦੇ ਵਿੱਚ ਪ੍ਰੇਮ ਵਿਰਾਗ ਨੂੰ ਧਾਰਨ ਕਰਕੇ ਇਹ ਭਗਵੇਂ ਭੇਖਾਂ ਵਾਲੇ ਹੋ ਗਏ। ਜਿਹੜੇ ਕਖਾਏ ਜੇ ਸਰੀਰ ਦੇ ਉੱਪਰ ਵਸਤਰ ਧਾਰਨ ਕੇ ਐਸੇ ਭੇਖਾਂ ਵਾਲੇ ਹੋ ਗਏ। ਤੋ ਕਾਰਨ ਸਾਹਿਬਾ ਰੰਗ ਰਤੇ, ਤੇਰੀ ਪ੍ਰਾਪਤੀ ਦੇ ਕਾਰਨ ਵਾਸਤੇ ਹੈ ਮਾਲਕ, ਤੇਰੇ ਰੰਗ ਪ੍ਰੇਮ ਵਿੱਚ ਰਤੇ ਹੈ। ਤੇਰੇ ਨਾਮ ਅਨੇਕਾ ਰੂਪ ਅਨੰਤਾ, ਤੇਰੇ ਜਿਹੜੇ ਨਾਮ ਹੈ ਕੀਰਤਮ ਉਹ ਵੀ ਬਹੁਤੇ ਹੈ। ਤੈ ਸਰਬ ਨਾਮ ਕਥਾ ਕਵਣ, ਕਰਮ ਨਾ ਵਰਨਤ ਸਮਤ। ਜਿਵੇਂ ਕਲਗੀਧਰ ਪਿਤਾ ਜੀ ਕਹਿੰਦੇ ਰੂਪ ਅਨੰਤਾ, ਤੇਰੇ ਸਰੂਪ ਆਕਾਰ ਵੀ ਬੇਅੰਤ ਹੈ। ਅਨਕ ਰੂਪ ਖੁਨਵਾ ਕੁਦਰਤ ਧਾਰਦਾ ਹੈ, ਤੂੰ ਬੇਅੰਤ ਬੇਅੰਤ ਹੈ। ਕਹਿਣ ਨਾ ਜਾਹੀ ਤੇਰੇ ਗੁਣ ਕੇਤੇ, ਕਿਤਨੇ ਕੁ ਤੇਰੇ ਗੁਣ ਹੈ ਹੇ ਪਰਮੇਸ਼ਰ, ਉਹ ਕਹਿ ਨਹੀਂ ਜਾ ਸਕਦੇ ਇੱਕ ਰਸਨਾ ਜ਼ਬਾਨ ਨਾਲ। ਰਹਾਉ ਦਰ ਘਰ ਮਹਿਲਾ ਹਸਤੀ ਘੋੜੇ, ਉੱਚੇ ਉੱਚੇ ਜਿਹੜੇ ਦਰਵਾਜ਼ੇ, ਫਿਰ ਕੱਚੇ ਘਰ, ਮਹਿਲ ਮਾੜੀਆਂ, ਸੀਸ ਮਹਿਲ ਜਾਂ ਮਹਿਲਾਂ ਇਸਤਰੀਆਂ, ਤੇ ਹਾਥੀ ਤੇ ਘੋੜੇ। ਛੋੜ ਵਲਾਇਤ ਦੇਸ ਗਏ, ਇਸ ਤਰ੍ਹਾਂ ਜਿਹੜੇ ਰਾਜੇ ਦੀ ਜਨਮ ਭੂਮੀ ਹੁੰਦੀ ਹੈ, ਜਿੱਥੇ ਰਾਜੇ ਦਾ ਜਨਮ ਹੋਇਆ ਹੋਵੇ ਰਾਜਧਾਨੀ, ਉਹਨੂੰ ਵਿਲਾਇਤ ਕਿਹਾ ਜਾਂਦਾ ਹੈ। ਐਵੇਂ ਰਾਜਧਾਨੀ ਅਤੇ ਹੋਰ ਜਿਨ੍ਹਾਂ ਇਲਾਕਿਆਂ ਦੇਸ਼ਾਂ 'ਤੇ ਰਾਜ ਕਰਦਾ ਰਾਜਾ, ਐਵੇਂ ਕਈ ਰਾਜੇ ਜਿਹੜੇ ਛੱਡ ਕੇ ਆਪਣੇ ਇਲਾਕੇ ਰਾਜਧਾਨੀਆਂ ਤੇ ਤਪ ਕਰਨ ਵਾਸਤੇ ਜੰਗਲਾਂ ਨੂੰ ਚਲੇ ਗਏ ਹੈ। ਪੀਰ ਪੇਗੰਬਰ ਸਾਲਿਕ ਸਾਧਕ, ਮੁਸਲਮਾਨਾਂ ਦੇ ਪੀਰ ਗੁਰੂ ਵੱਡੇ ਵੱਡੇ ਜਿਹੜੇ ਕੋਈ ਖੁਦਾ ਵੱਲੋਂ ਪੈਗਾਮ ਲੈ ਕੇ ਆਏ, ਪੈਗੰਬਰ, ਸਾਲਕ ਗਿਆਨਵਾਨ ਪੁਰਸ਼, ਸਾਧਕ, ਸ਼ਰਧਾਵਾਨ, ਸਿਦਕ ਰੱਖਣ ਵਾਲੇ, ਜਗਿਆਸੂ, ਜਨ ਕਮਾਈ ਵਾਲੇ। ਛੋਡੀ ਦੁਨੀਆ ਥਾਏ ਪਏ,
ਉਹਨਾਂ ਜਿਨ੍ਹਾਂ ਨੇ ਦੁਨੀਆ ਛੱਡੀ ਹੈ, ਸ੍ਰਿਸ਼ਟੀ ਮਾਇਆ ਛੱਡ ਦਿੱਤੀ, ਅਤੇ ਉਹ ਵਾਹਿਗੁਰੂ ਤੇਰੇ ਸਰੂਪ ਰੂਪੀ ਪ੍ਰਾਪਤੀ ਦੀ ਥਾਂ ਨੂੰ ਜਾ ਪ੍ਰਾਪਤ ਹੋ ਪਏ, ਜਾਂ ਤੇਰੇ ਥਾਂ ਕਹੀਏ ਸੱਚਖੰਡ ਥਾਂ ਵਿੱਚ ਜਾ ਪਏ, ਉੱਥੇ ਜਾ ਕੇ ਟਿਕ ਗਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ। ਅਤੇ ਉਹਨਾਂ ਪੁਰਸ਼ਾਂ ਨੇ ਸੁੱਤੇ ਸੇਧੀ ਜਿਹੜੇ ਆ ਪਦਾਰਥਾਂ ਦੇ ਸਵਾਦ ਹੈ, ਤਰ੍ਹਾਂ ਤਰ੍ਹਾਂ ਦੇ ਇਹ ਪਦਾਰਥਾਂ ਦੇ ਸੁੱਖ, ਸਵਾਦਾਂ ਦੇ ਸੁੱਖ, ਰਸਾਂ ਵਿਸ਼ੇ ਰਸਾਂ ਦੇ ਸੁੱਖ, ਕਸ ਜਿਹੜੇ ਆ ਕੋਈ ਖਿੱਚ ਕੇ ਕੱਢਣ ਵਾਲੇ ਆ ਰਸ, ਜਿਵੇਂ ਆ ਸ਼ਰਾਬ ਆਦਿਕ ਬਣਦੀ ਹੈ, ਉਹ ਸੱਕ ਜਿਹਦਾ ਰਸਾ ਜਿਹਾ ਕੱਢ ਕੇ ਬਣਾਈ ਜਾਂਦੀ ਹੈ, ਇਵੇਂ ਜਿਹੜੇ ਖਿੱਚ ਕੇ ਕੱਢਣ ਵਾਲੇ ਰਸ ਕਸ ਹੈ, ਇਹ ਸਾਰੇ ਉਹਨਾਂ ਤਜੀਅਲੇ ਛੱਡ ਦਿੱਤੇ, ਤਿਆਗ ਦਿੱਤੇ। ਕਾਪੜ ਛੋਡੇ ਚਮੜ ਲੀਏ। ਕਾਪੜ ਕੱਪੜੇ ਛੱਡ ਦਿੱਤੇ, ਅਤੇ ਇਵੇਂ ਨਾਂਗੇ ਸਾਧੂ ਬਣ ਕੇ ਨੰਗੇ ਨਗਨ ਰਹਿ ਕੇ ਆਪਣੇ ਦਿਨ ਕੱਟਣੇ ਸ਼ੁਰੂ ਕੀਤੇ, ਤੇਰੇ ਪ੍ਰਾਪਤੀ ਵਾਸਤੇ ਵੀ ਤੇਰਾ ਤਪ ਕਰਨਾ ਹੈ। ਫਿਰ ਜਾਂ ਕੱਪੜੇ ਛੱਡ ਕੇ ਅਤੇ ਚਮੜ ਮ੍ਰਿਗਸ਼ਾਲਾ ਆਦਿਕ ਇਹ ਲਈ ਫਿਰਦੇ ਹਨ। ਦੁਖੀਏ ਦਰਦਵੰਦ ਦਰ ਤੇਰੇ। ਜਿਹੜੇ ਦੁਖੀਆਂ ਦੇ ਦਰਦਾਂ ਨੂੰ ਜਾਣਨ ਵਾਲੇ ਹੈ, ਜਾਂ ਦਰਦਾਂ ਵਾਲੇ ਦੁਖੀਏ ਇਹ ਸੰਸਾਰ ਵੱਲੋਂ ਜਿਹੜੇ ਵਿਰਾਗਵਾਨ ਹੋ ਗਏ, ਇਹ ਵਾਹਿਗੁਰੂ ਤੇਰੇ ਦਰ 'ਤੇ ਨਾਮ ਰਤੇ ਦਰਵੇਸ਼ ਭਏ। ਵਾਹਿਗੁਰੂ ਦੇ ਦਰਵੇਸ਼ ਫਕੀਰ ਹੋਏ ਹੋਏ ਤੇਰੇ ਨਾਮ 'ਚ ਰੱਤੇ ਰੰਗੇ ਐ। ਖਲੜੀ ਖਪਰੀ ਲੱਕੜੀ ਚਮੜੀ। ਕਿਸੇ ਨੇ ਤੇਰੀ ਪ੍ਰਾਪਤੀ ਵਾਸਤੇ ਆ ਖਲੜੀ ਜਿਹੜੀ ਮਿਰਗਾਨ ਲੈ ਲਈ, ਹਿਰਨ ਦੀ ਜਿਹੜੀ ਚਮੜੀ ਲੈ ਲਈ, ਜਾਂ ਖਲੜੀ ਆ ਚਮੜੇ ਦੀ ਜਿਹੜੀ ਹੈ ਬਟੂਆ ਜਿਹਾ ਬਣਾ ਕੇ ਵਿੱਚ ਸਵਾਹ ਪਾ ਲਈ, ਇਹ ਖਲੜੀ ਲੈ ਲਈ ਕਿਸੇ ਨੇ। ਕਿਸੇ ਨੇ ਜਿਹੜੀ ਹੈ ਖੱਪਰੀ, ਇੱਕ ਖੱਪਰ ਹੁੰਦਾ, ਇੱਕ ਖੱਪਰੀ ਹੁੰਦੀ ਹੈ ਜਿਹਨੂੰ ਚਿੱਪੀ ਕਿਹਾ ਜਾਂਦਾ। ਕਿਸੇ ਨੇ ਚਿੱਪੀ ਧਾਰਨ ਕਰ ਲਈ ਮੰਗਣ ਵਾਸਤੇ ਵੀ ਅਸੀਂ ਤਿਆਗੀ ਹਾਂ। ਕਿਸੇ ਨੇ ਲੱਕੜੀ ਤਰਦੰਡੀਦਾਰੀ ਹੋ ਕੇ ਤਰਦੰਡੀ ਧਾਰਨ ਕਰ ਲਈ। ਕਿਸੇ ਨੇ ਚਮੜੀ ਮ੍ਰਿਗਸ਼ਾਲਾ ਸ਼ੇਰ ਦੀ ਖੱਲ ਆਦਿ ਲੈ ਲਈ, ਠੰਡ ਤੋਂ ਬਚਣ ਵਾਸਤੇ, ਜੰਗਲਾਂ ਵਿੱਚ ਆਸਣ ਲਾਉਣ ਵਾਸਤੇ, ਜਾਂ ਚਮੜੀ ਤੇਰੀ ਪ੍ਰਾਪਤੀ ਵਾਸਤੇ ਕਈਆਂ ਨੇ ਆਪਣੀ ਚਮੜੀ ਤੁਚਾਈ ਸੁਕਾ ਲਈ। ਸਿਖਾ ਸੂਤ ਧੋਤੀ ਕੀਨੀ। ਕਿਸੇ ਨੇ ਸਿਖਾ ਸਿਰ 'ਤੇ ਬੋਦੀ ਰੱਖ ਲਈ, ਫਿਰ ਸੂਤ ਗਲ ਵਿੱਚ ਜਨੇਊ ਧਾਗੇ ਦਾ ਪਾ ਲਿਆ, ਸੂਤ ਦਾ ਧੋਤੀ ਜਿਹੜੀ ਹੈ ਉਹ ਤੇੜ ਧਾਰਨ ਕਰ ਲਈ, ਉਹ ਕੀਤੀ, ਉਹ ਬੰਨ ਲੈਣਾ, ਕੀਤੀ ਧੋਤੀ। ਤੂੰ ਸਾਹਿਬ ਹਾਂ ਸਾਂਗੀ ਤੇਰਾ। ਇਹ ਪਰਮੇਸ਼ਰ ਤੂੰ ਮੇਰਾ ਮਾਲਕ ਹੈ, ਅਤੇ ਅਸੀਂ ਤੇਰੇ ਭੇਖ ਨੂੰ ਧਾਰਨ ਵਾਲੇ ਸਵਾਂਗੀ ਹਾਂ, ਸਵਾਂਗ ਧਾਰਨ ਵਾਲੇ। ਪ੍ਰਣਵੈ ਨਾਨਕ ਜਾਤ ਕੈਸੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਨਤੀ ਪੂਰਵਕ ਹੋ ਕੇ ਤੇ ਪ੍ਰਣਵੇਂ ਕਹੀਏ ਨਮਸਕਾਰ ਕਰਦੇ ਹਾਂ। ਪਰਮੇਸ਼ਰ ਜਿਹੜੇ ਤੇਰੇ ਪ੍ਰਾਪਤੀ ਵਾਲੇ ਆ ਉਹਨਾਂ ਦੀ ਕੈਸੀ ਜਾਤੀ ਹੈ? ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਜਾਤੀ ਨਹੀਂ ਹੈ। ਜਿਨ੍ਹਾਂ ਨੇ ਤੈਨੂੰ ਪਾਲਿਆ ਉਹਨਾਂ ਦੀ ਕੋਈ ਜਾਤ ਪਾਤ ਰਹਿ ਹੀ ਨਹੀਂ ਗਈ। ਨਾ ਆਪ ਜੀ ਦੀ ਕੋਈ ਜਾਤ ਪਾਤ ਹੈ, ਨਾ ਉਹਨਾਂ ਦੀ ਕੋਈ ਜਾਤ ਪਾਤ ਰਹਿ ਜਾਂਦੀ। ਉਹ ਕਿਸੇ ਜਾਤੀ ਵਿੱਚ ਨਹੀਂ ਆਉਂਦੇ ਹੈ। ਉਹਦੇ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ। ਉਹ ਜੰਗਲਾਂ ਵਿੱਚ ਭਰਮਦੇ ਆ ਤੇਰੀ ਪ੍ਰਾਪਤੀ ਵਾਸਤੇ। ਨਾ ਉਹਨਾਂ ਦੀ ਕੋਈ ਜਾਤ, ਨਾ ਕੋਈ ਪਾਤ, ਨਾ ਕੋਈ ਉਹਨੂੰ ਆਦਰ ਹੀ ਚਾਹੀਦਾ ਵੀ ਦੁਨੀਆ ਵਿੱਚ ਰਹੀਏ ਅਤੇ ਆਦਰ ਪਾਈਏ। ਤੇਰੀ ਪ੍ਰਾਪਤੀ ਵਾਸਤੇ ਫਿਰਦੇ, ਜਿਸ ਕਰਕੇ ਕੈਸੀ ਜਾਤੀ ਮਾਲਕ ਉਹਨਾਂ ਦੀ ਕੋਈ ਜਾਤੀ ਨਹੀਂ ਹੈ। ਕਿਉਂਕਿ ਉਹ ਜਾਣਦੇ ਹੈ ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਸੋ ਸਾਰ। ਵੀ ਅੱਗੇ ਉੱਥੇ ਜਾਤ ਨਹੀਂ ਪੁੱਛੀ ਜਾਂਦੀ, ਬਸ ਜਿਹੜੀ ਗੁਰੂ ਦੇ ਉਪਦੇਸ਼ ਦੀ ਭਗਤੀ ਕਰਨੀ ਹੈ ਸ੍ਰੇਸ਼ਟ, ਇਹੋ ਪੁੱਛੀ ਜਾਂਦੀ ਹੈ। ਇਸ ਕਰਕੇ ਮਾਲਕੋ ਤੇਰੀ ਪ੍ਰਾਪਤੀ ਵਾਲੇ ਐਵੇਂ ਜੰਗਲਾਂ ਬੇਲਿਆਂ 'ਚ ਇਵੇਂ ਸਰੀਰਾਂ ਨੂੰ ਤਾ ਕੇ ਵਿਰਾਗ ਧਾਰਨ ਕਰ ਕਰਕੇ ਤੇਰੇ ਨਾਲ ਪ੍ਰੇਮ ਕਰ ਕਰਕੇ ਉਹ ਐਵੇਂ ਤੁਰੇ ਫਿਰਦੇ ਆ, ਤਪਤ ਕਰਦੇ ਫਿਰਦੇ ਆ। ਜਿਨ੍ਹਾਂ ਨੇ ਤੇਰੀ ਪ੍ਰਾਪਤੀ ਕਰ ਲਈ ਉਹਨਾਂ ਦੀ ਕੈਸੀ ਜਾਤੀ ਹੈ? ਉਹਨਾਂ ਦੀ ਕੋਈ ਜਾਤੀ ਨਹੀਂ। ਕਿਸੇ ਤਰ੍ਹਾਂ ਉਹਨਾਂ ਦੀ ਜਾਤ ਪਾਤ ਹੈ ਹੀ ਨਹੀਂ, ਰਹਿ ਹੀ ਨਹੀਂ ਗਈ ਜਾਤ ਪਾਤ। ਚੌਪਈ
ਜਬ ਇਹ ਸ੍ਰੀ ਗੁਰ ਸ਼ਬਦ ਬਖਾਨਾ ਜਦੋਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਕਿਹਾ, ਦੂਸ਼ਣ ਹੋਤ ਪਇਓ ਮਰਦਾਨਾ। ਸੁਣ ਕੇ ਭਾਈ ਮਰਦਾਨਾ ਤੇ ਉੱਥੇ ਚੁੱਪ ਹੋ ਗਿਆ ਵੀ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਬਿਲਕੁਲ ਠੀਕ ਕਹਿੰਦੇ ਆ। ਐਵੇਂ ਹੀ ਹੈ ਜਿਹੜੇ ਕਮਾਈ ਵਾਲੀਆਂ ਰੂਹਾਂ ਐਵੇਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਉਹ ਤੁਰੇ ਫਿਰਦੇ ਰਾਤ ਦਿਨ। ਨਿਕਸ ਉਜਾਰ ਵਹਿਰ ਜਬ ਗਏ ਜਦੋਂ ਉਹ ਉਜਾੜ ਜੀ ਚੋਂ ਨਿਕਲ ਕਰਕੇ ਬਾਰ-ਬਾਰ ਗਏ ਐ, ਗ੍ਰਾਮ ਏਕ ਤਬ ਦੇਖਤ ਪਏ। ਤਦੋਂ ਸਤਿਗੁਰੂ ਜੀ ਇੱਕ ਨਗਰ ਪਿੰਡ ਨੂੰ ਦੇਖਣ ਲੱਗੇ। ਸਭ ਬੰਚਕ ਕੇ ਘਰ ਤਿਹ ਮਾਹੀ। ਉਹ ਜਿਹੜਾ ਨਗਰ ਸੀ ਉਸ ਨਗਰ ਪਿੰਡ ਦੇ ਵਿੱਚ ਸਾਰੇ ਠੱਗਾਂ ਦੇ ਘਰ ਸਨ। ਮਾਰਹਿ ਨਰ ਧਨ ਲੈ ਵਹਿ ਤਾਹੀ। ਉਹ ਕੀ ਕਰਦੇ ਸੀ, ਪਹਿਲਾਂ ਪੁਰਸ਼ ਨੂੰ ਮਾਰਦੇ ਸਨ, ਫਿਰ ਉਸ ਦਾ ਜਿਹੜਾ ਧਨ ਲੁੱਟ-ਪੁੱਟ ਲੈਂਦੇ ਸੀ। ਇਹ ਉਹਨਾਂ ਦੀ ਰੀਤੀ ਸੀ। ਤਿਨ ਕੋ ਸਮਤ ਦੇਨ ਕੇ ਹੇਤਾ। ਉਹਨਾਂ ਠੱਗਾਂ ਨੂੰ ਸ੍ਰੇਸ਼ਟ ਮਤ ਬੁੱਧੀ ਦੇਣ ਦੇ ਵਾਸਤੇ ਪਰ ਵਿਸ਼ੇ ਗ੍ਰਾਮ ਹੈ ਕਿਰਪਾ ਨਿਕੇਤਾ। ਕਿਰਪਾ ਦੇ ਘਰ ਸਤਿਗੁਰੂ ਜੀ ਉਹ ਨਗਰ ਵਿੱਚ ਪ੍ਰਵੇਸ਼ ਹੋਏ। ਜਗਤੇਸ਼ਵਰ ਇੱਕ ਖੇਲ ਮਚਾਵਾ। ਜਗਤ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਨੇ ਇੱਕ ਖੇਲ ਮਚਾਇਆ। ਵਾਂਚਕ ਕਮਤ ਹਰ ਨਹਿਤ ਠਾਵਾ। ਇਹਨਾਂ ਠੱਗਾਂ ਦੀ ਖੋਟੀ ਮਤ ਨੂੰ ਨਾਸ ਕਰਨ ਵਾਸਤੇ ਮਹਾਰਾਜ ਜੀ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਆਇਆ ਹੈ। ਬਹੁਤ ਜਿਹੜਾ ਐਵੇਂ ਪ੍ਰੇਮ ਕੀਤਾ ਵੀ ਇਹਨਾਂ ਦਾ ਭਲਾ ਕਰ ਦੇਣਾ। ਹੁਣ ਖੋੜਸ ਬਰਸ ਬੈਸ ਮੈਂ ਕਦਰੀ। ਖੋੜਸ ਬਰਸ ਬੈਸ ਮੈਂ ਕਰਦੀ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਇਹ ਖੇਡ ਮਚਾਇਆ ਕਿ ਮੇਰੀ ਜਿਹੜੀ ਉਮਰ ਉਹ 16 ਕੁ ਸਾਲਾਂ ਦੀ ਕਰ ਦਿੱਤੀ ਸੀ। ਬਹੁਤ ਸੁੰਦਰ ਭੂਖਨ ਪਟ ਜਰਦੀ। ਫਿਰ ਮੈਨੂੰ ਮੇਰੇ ਸਰੀਰ ਉੱਪਰ ਬਹੁਤ ਹੀ ਸੋਹਣੇ ਸੋਹਣੇ ਸੋਨੇ ਦੇ ਗਹਿਣੇ ਤੇ ਜਰੀਦਾਰ ਜਿਹੜੇ ਵਸਤਰ ਉਹ ਪਹਿਨਾ ਦਿੱਤੇ। ਜਿਵੇਂ ਆ ਕੋਈ ਜਿਹੜਾ ਬੱਚਾ ਛੋਟਾ, ਜਿਵੇਂ ਪਹਿਲਾ ਰਿਵਾਜ਼ ਹੁੰਦਾ ਸੀ ਮੁਕਲਾਵਾ ਲੈਣ ਵਾਸਤੇ ਆਪਣੇ ਪਿਓ ਨਾਲ ਜਾਂਦਾ ਹੁੰਦਾ ਸੀ, ਇਵੇਂ ਭਾਈ ਬਾਲਾ ਜੀ ਨੂੰ 16 ਕੁ ਸਾਲਾਂ ਦਾ ਬਣਾ ਦਿੱਤਾ ਸਤਿਗੁਰੂ ਜੀ ਨੇ। ਜਰੀਦਾਰ ਵਸਤਰ ਪਹਿਨਾ ਦਿੱਤੇ ਤੇ ਸੋਹਣੇ ਜਿਹੜੇ ਗਹਿਣੇ ਪਹਿਨਾ ਦਿੱਤੇ। ਦੋਹਰਾ ਜਾਮੋ ਨਦ ਕਟ ਨਿਜ ਸੋ ਕਰ। ਤੇ ਆਪ ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਸੋਨੇ ਦੇ ਘੜੇ ਪਹਿਨ ਲਏ। ਕੋਸ਼ਿਸ਼ ਸੇਤ ਬਣਾਏ। ਚਿੱਟੀ ਜਿਹੜੀ ਪੁਸ਼ਾਕ ਹੈ ਬਣਾ ਸਵਾਰ ਕੇ ਉਹ ਪਹਿਨ ਲਈ। ਭਾਵ ਭਾਈ ਬਾਲਾ ਜੀ ਦੇ ਪੁੱਤਰ ਹੋ ਗਿਆ ਤੇ ਗੁਰੂ ਸਾਹਿਬ ਜੀ ਪਿਤਾ ਬਾਪੂ ਜੇ ਬਣ ਕੇ ਜੇ ਮੁਕਲਾਵਾ ਲੈਣ ਚੱਲੇ ਹੋਣੇ ਵੀ ਤਿਆਰੀ ਜੀ ਕਰ ਲਈ। ਮਰਦਾਨਾ ਨਿਜ ਡੂਮ ਹੈ। ਭਾਈ ਮਰਦਾਨਾ ਦੇ ਨਾਲ ਐਵੇਂ ਲੈ ਲਿਆ ਆਪਣੇ ਜਿਵੇਂ ਮਰਾਸੀ ਹੁੰਦਾ ਹੈ ਨਾਲ। ਜਨਮ ਕਲਾਵਨ ਜਾਏ। ਮਾਨੋ ਕਿ ਜਿਵੇਂ ਕੋਈ ਬਾਪ ਆਪਣੇ ਪੁੱਤਰ ਦਾ ਮੁਕਲਾਵਾ ਲੈਣ ਜਾਂਦਾ, ਐਵੇਂ ਮੁਕਲਾਵਾ ਹੀ ਲੈਣ ਜਾ ਰਹੇ ਹੈ। ਚੌਪਈ ਸੋ ਬੰਚਕ ਕੇ ਸਦਨ ਮਝਾਰੀ। ਉਹ ਜਿਹੜਾ ਉੱਥੋਂ ਦਾ ਮੁਖੀ ਠੱਗ ਸੀ ਉਹਨਾਂ ਠੱਗਾਂ ਦੇ ਘਰ ਵਿੱਚ ਬੈਠੇ ਜਾਏ ਮਹਾ ਅਗਹਾਰੀ। ਵੱਡੇ ਵੱਡੇ ਪਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਜੀ ਜਾ ਬੈਠੇ। ਇੱਕ ਬੰਚਕ ਬਹੁਰ ਹਰ ਖਾਨਾ। ਗੁਰੂ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਦੇ ਗਹਿਣੇ ਗੁਣੇ ਜੇ ਵੇਖ ਕੇ ਇੱਕ ਠੱਗ ਤੇ ਬਹੁਤ ਖੁਸ਼ ਹੋ ਗਿਆ ਹਿਰਦੇ ਵਿੱਚ। ਨੀਕੀ ਰੀਤ ਕੀਨ ਸਨਮਾਨਾ। ਚੰਗੀ ਜਿਹੜੀ ਰੀਤੀ ਹੈ ਤੇ ਉਹਨੇ ਬੜਾ ਸਨਮਾਨ ਕੀਤਾ। ਕਹਿੰਦਾ ਆਓ ਜੀ ਜੀ ਆਇਆਂ ਨੂੰ। ਆਵੋ ਜੀ ਕਰੀਏ ਘਰ ਡੇਰਾ। ਆਓ ਸੰਤ ਜੀ ਸਾਡੇ ਘਰ ਡੇਰਾ ਕਰੀਏ। ਆਛੀ ਬਿਦ ਸ਼ਰਮ ਹਰੋਂ ਸੋ ਤੇਰਾ। ਮੈਂ ਵੀ ਤੁਹਾਡਾ ਚੰਗੀ ਤਰ੍ਹਾਂ ਨਾਲ ਜਿਹੜਾ ਰਸਤੇ ਦਾ ਥਕੇਵਾਂ ਉਹ ਨਾਸ ਕਰਾਂਗਾ, ਦੂਰ ਕਰਾਂਗਾ। ਜੋ ਕਛ ਕਹੋ ਸੋ ਸੇਵਾ ਕਰਹਾਂ। ਜੋ ਕੁਝ ਵੀ ਕਹੋਗੇ ਉਹੀ ਸੇਵਾ ਕਰਾਂਗਾ। ਮੁੱਠੀ ਛਾਪੀ ਕਰਾਂਗਾ, ਚੰਗਾ ਚੋਖਾ ਖਵਾਵਾਂਗਾ। ਪਾਉ ਚਾਪ ਸ਼ਰਮ ਮਗ ਕਾ ਹਰਹਾਂ। ਜਿਹੜਾ ਤੁਹਾਡੇ ਐਵੇਂ ਤੁਹਾਡੇ ਚਰਨਾਂ ਦੀ ਮੁੱਠੀ ਛਾਪੀ ਕਰਕੇ ਚਰਨ ਦਬਾ ਕੇ ਰਸਤੇ ਦਾ ਜਿਹੜਾ ਕੋਈ ਥਕੇਵਾਂ ਉਹ ਵੀ ਨਾਸ ਕਰਾਂਗਾ ਚੰਗੀ ਤਰ੍ਹਾਂ ਨਾਲ। ਚਿਸਵਈਆ
ताके निकेत रहे प्रभ जी मिल। ਗੁਰੂ ਸਾਹਿਬ ਜੀ ਮਿਲ ਕਰਕੇ ਉਹਦੇ ਨਾਲ ਚਲੇ ਗਏ ਤੇ ਉਹਦੇ ਘਰ ਹੀ ਰਹੇ ਐ। ਬਾਂਚਕ ਆਵਤ ਪੇ ਸਮਦਾਈ। ਇੱਧਰੋਂ ਜਿਹੜੇ ਠੱਗ ਸਾਰੇ ਪਿੰਡ ਦੇ ਉਹ ਵੀ ਉਹਦੇ ਘਰ ਆਉਣ ਲੱਗੇ। ਧਾਮ ਹੋਤੋ ਜਿਹ ਕੋ ਤਬ ਹੀ। ਅੱਜ ਇਸ ਦਾ ਉਸ ਵੇਲੇ ਘਰ ਹੈ ਸੀ। ਸਭ ਹੀ ਬਟ ਪਾਰ ਸੋ ਲੀਨ ਬੁਲਾਈ। ਜਿਹਦਾ ਉਹ ਘਰ ਹੈ ਸੀ ਉਸ ਵੇਲੇ ਉਹਨੇ ਸਾਰੇ ਜਿਹੜੇ ਇਹ ਠੱਗ ਹੈ ਰਾਹ ਮਾਰ ਡਾਕੇ ਮਾਰ ਇਹਨਾਂ ਨੂੰ ਘਰ ਬੁਲਾ ਲਿਆ ਵੀ ਆ ਜਾਓ। ਜੋਤ ਲਾਲ ਬੜੀ ਇਹ ਕੇ। ਜਿਵੇਂ ਉਹ ਕੁਸਰ ਮੁਸਰ ਜਿਹਾ ਕਰਦੇ ਆ ਕਹਿੰਦੇ ਵੀ ਆ ਜਿਹੜੇ ਆ ਕੇ ਬੈਠੇ ਨਾ ਬਜ਼ੁਰਗ ਤੇ ਆ ਬੱਚਾ ਇਹਨਾਂ ਦੇ ਮੱਥੇ ਦੀ ਵੀ ਬੜੀ ਜੋਤ ਚਮਕਦੀ ਹੈ। ਧਨ ਹੈ ਬਹੁ ਪਾਸ ਚੱਲਿਓ ਕਿਹ ਥਾਈ। ਇਹਨਾਂ ਦੇ ਪਾਸ ਬਹੁਤ ਪੈਸਾ ਮੈਨੂੰ ਲੱਗਦਾ ਹੈਗਾ ਵਾ ਤੇ ਇਹ ਕਿਸੇ ਥਾਂ ਚੱਲਿਆ ਮੁਕਲਾਵਾ ਲੈਣ। ਲਿਹੋ ਸਬੈ ਨਾਦ ਰਾਵਹਿ ਸੋ। ਉਹ ਸਾਰੇ ਮਿਲ ਜੁਲ ਕੇ ਕਹਿੰਦੇ ਵੀ ਫਿਰ ਵੇਨਾ ਕੀ ਮੌਕਾ ਤੂੰ ਇਹਨਾਂ ਸਾਰਿਆਂ ਤੋਂ ਜਿਹੜਾ ਪੈਸਾ ਲੈ ਕੇ ਤੇ ਛੁਪਾ ਲਾ। ਹਮ ਭੋਰ ਭਾਈ ਧਨ ਲਹਿ ਬਟਾਈ। ਜਦੋਂ ਸਵੇਰ ਹੋਏਗੀ ਤੇ ਅਸੀਂ ਉਹ ਧਨ ਜਿਹੜਾ ਵੰਡਵਾ ਲਵਾਂਗੇ ਆਪੋ ਵਿੱਚ ਹੀ ਵੰਡ ਵਿਆਰ ਕਰ ਲਵਾਂਗੇ। ਯੋਂ ਕਹਿ ਜਾਤ ਭਾਏ ਆਪਣੇ ਘਰ। ਇਉਂ ਕਹਿ ਕੇ ਤੇ ਉਹ ਬਾਕੀ ਠੱਗ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬਾਸੁਰ ਤੇ ਰਜਨੀ ਹੋਏ ਆਈ। ਇੱਧਰ ਸਵੇਰ ਮਹਾਰਾਜ ਸਵੇਰ ਦੇ ਸਮੇਂ ਗਏ ਸੀ। ਇਵੇਂ ਸਲਾਹਾਂ ਮਸ਼ਵਰਾ ਜਿਹਾ ਕਰਦਿਆਂ ਦਿਨ ਸਾਰਾ ਲੰਘ ਗਿਆ ਰਾਤ ਹੋ ਆਈ ਹੈ। ਖਾਏ ਆਹਾਰ ਕੋ ਸੋਏ ਰਹੇ ਸਭ। ਇਹ ਠੱਗ ਵੇਲੇ ਨੇ ਅਜੇ ਰੋਟੀ ਪਾਣੀ ਖਾ ਕੇ ਸਾਰੇ ਪਰਿਵਾਰ ਸਮੇਤ ਸੌਂ ਰਹੇ ਵੀ ਚਲੋ ਰਾਤ ਕਰਾਂਗੇ ਕੁਝ। ਕਾਹੂ ਨਾ ਜਾਗਨ ਕੀ ਸੁਧ ਪਾਈ। ਕਿਸੇ ਨੇ ਵੀ ਜਾਗਣ ਦੀ ਖਬਰ ਸਾਰੀ ਨਹੀਂ ਪਾਈ ਮਹਾਰਾਜ ਜੀ ਦੀ ਮਿਹਰ ਨਾਲ। ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ। ਉਹ ਜਿਹੜੀ ਨੀਂਦ ਹੈ ਪ੍ਰਭੂ ਗੁਰੂ ਨਾਨਕ ਸਾਹਿਬ ਦੀ ਪ੍ਰੇਰੀ ਹੋਈ ਸੀ ਤੇ ਨੀਂਦ ਨੇ ਸਾਰੇ ਆਪਣੇ ਵਸ ਕਰ ਲਏ ਕੋਈ ਨਹੀਂ ਉੱਠਿਆ। ਸੈਨ ਕਰੇ ਸਭ ਰਾਨ ਬਿਤਾਈ। ਐਵੇਂ ਸੁੱਤਿਆਂ ਹੀ ਸਾਰਿਆਂ ਨੇ ਜਿਹੜੀ ਰਾਤ ਬਤੀਤ ਕਰ ਦਿੱਤੀ ਮਰਿਆ ਵਾਂਗੂ ਪਏ ਰਹੇ ਐ। ਭੋਰ ਭਈ ਜਬ ਜਾਗਿਓ ਨਾ ਕੋ। ਜਦੋਂ ਸਵੇਰ ਹੋਈ ਹੈ ਫਿਰ ਵੀ ਕੋਈ ਪਰਿਵਾਰ ਦੇ ਵਿੱਚੋਂ ਜੀਆ ਜੰਤ ਜਾਗਿਆ ਹੀ ਨਹੀਂ ਹੈ। ਤਬ ਐਸੇ ਪਰੇ ਜਿਮ ਹੈ ਮਰਸ਼ਾਈ। ਸੂਰਜ ਨਿਕਲਣ ਨੂੰ ਤਿਆਰ ਹੈ ਫਿਰ ਵੀ ਇਸੇ ਤਰ੍ਹਾਂ ਪਏ ਜਿਵੇਂ ਕਿ ਬੇਹੋਸ਼ ਹੋਏ ਹੁਣ ਮੂਰਛਤਾ ਆਈ ਹੋਏ। ਸੂਰ ਚੜੇ ਗਮਨੇ ਗੁਰ ਨਾਨਕ। ਇੱਧਰ ਜਦੋਂ ਸੂਰਜ ਦੀ ਫੁੱਟੀ ਜੀ ਨਿਕਲਣ ਲੱਗੀ ਹੈ ਸੂਰਜ ਚੜੇ ਤੇ ਸਤਿਗੁਰੂ ਨਾਨਕ ਸਾਹਿਬ ਜੀ ਚੱਲ ਪਏ। ਸੋਵਤ ਸ਼ੋਰ ਚਲੇ ਤਹ ਤਾਈ। ਸੋਵਤ ਸ਼ੋਰ ਚਲੇ ਤਹ ਥਾਈ। ਮਹਾਰਾਜ ਜੀ ਠੱਗਾਂ ਦੇ ਪਰਿਵਾਰ ਨੂੰ ਸੁੱਤਿਆਂ ਹੀ ਛੱਡ ਕੇ ਉਸ ਥਾਂ ਤੋਂ ਚਲੇ ਗਏ। ਜਾਗਤ ਪੇ ਪਛਾਤ ਸਭ। ਜਦੋਂ ਹੀ ਇਹ ਸਾਰੇ ਪਿੱਛੋਂ ਜਿਹੜਾ ਹੈ ਆ ਜਾਗੇ ਹਨ। ਮਿਲ ਬੰਚਕ ਹੋਤ ਭਏ ਇਕ ਥਾਈ। ਸਾਰੇ ਜਦ ਗੁਰੂ ਸਾਹਿਬ ਜੀ ਦੇ ਨਗਰ ਤੋਂ ਬਾਹਰ ਚਲੇ ਗਏ ਇੱਧਰ ਜਿਹੜੇ ਠੱਗ ਸਨ ਪਿੱਛੋਂ ਜਾਗੇ ਫਿਰ ਠੱਗ ਆਪੋ ਵਿੱਚ ਹੀ ਮਿਲ ਕੇ ਇੱਕ ਥਾਂ ਇਕੱਠੇ ਹੋ ਗਏ। ਇਹੋ ਦਿਖਾਏ ਲਿਓ ਧਨ ਜੋ। ਉਹ ਆ ਗਏ ਉਹਦੇ ਘਰ ਕਹਿੰਦੇ ਵੀ ਉਹ ਜੋ ਰਾਤ ਦਾ ਤੂੰ ਧਨ ਜਾ ਲਿਆ ਹੋਇਆ ਉਹਨਾਂ ਦਾ ਚੋਰੀ ਕੀਤਾ ਉਹ ਸਾਨੂੰ ਵੀ ਦਿਖਾ ਦੇ ਕੱਢ ਕੇ। ਬਹੁ ਜਾਚਤ ਹੈ ਤੁਮਾਰੇ ਢਿਗ ਭਾਈ। ਤੂੰ ਸਾਡਾ ਭਰਾ ਹੈ ਅਸੀਂ ਭਰਾ ਕੋ ਮੰਗ ਰਹੇ ਆ ਤੇਰੇ ਕੋਲੋਂ। ਹੋ ਬਿਸਮਾਦ ਕਹਿਓ ਤੇ ਨਯੋ। ਉਹ ਤੇ ਵੇ ਹੱਕਾ ਬੱਕਾ ਜਿਹਾ ਰਹਿ ਗਿਆ ਵੀ ਮੈਂ ਤੇ ਮੇਰੇ ਕੋਲ ਤੇ ਹੈ ਕੱਖ ਨਹੀਂ ਇਹਨਾਂ ਨੂੰ ਕੀ ਦੇਵਾਂ। ਐਵੇਂ ਅਸਰਜਿਆ ਹੋ ਕੇ ਉਹਨਾਂ ਨੂੰ ਉਹਨੇ ਕਿਹਾ ਮੋਹੇ ਨਾਹੀ ਰਹੀ ਰਜਨੀ ਸੁਧਕਾਈ। ਉਹ ਭਰਾਓ ਤੁਹਾਨੂੰ ਮੈਂ ਕੀ ਦੇਵਾਂ ਰਾਤ ਤੇ ਮੈਨੂੰ ਕੋਈ ਖਬਰ ਸਾਰੀ ਨਹੀਂ ਦੀ ਵੀ ਕਿੱਥੇ ਪਿਆ ਰਿਹਾ ਹਾਂ। ਸੋ ਨਹਿ ਮਾਨਹਿ ਤਾਹੇ ਕਹਿਓ। ਪਰ ਉਹ ਠੱਗਾਂ ਨੇ ਉਹ ਮੰਨਦੇ ਨਹੀਂ ਹੈ ਤੇ ਉਹਨਾਂ ਨੇ ਕਿਹਾ ਝਗੜਾ ਬਹੁ ਗਾਰ ਕੋ ਦੇਹ ਲੜਾਈ। ਬੜਾ ਝਗੜਾ ਕਰਦੇ ਲੜਾਈ ਕਰਦੇ ਗਾਲਾਂ ਕੱਢਦੇ ਵੀ ਕਿੱਥੇ ਮਰ ਗਿਆ ਤੂੰ ਰਾਤੀ ਓਏ। ਹਾਥ ਲੱਗਾ ਬਹੁਤ ਧਨ ਤੋ ਕਹੋ। ਕਹਿੰਦੇ ਐਵੇਂ ਨਾ ਗੱਪਾਂ ਜੀਆਂ ਮਾਰ ਸਾਨੂੰ ਪਤਾ ਹੈ ਬਹੁਤਾ
ਧਨ ਜਿਹੜਾ ਤੇਰੇ ਹੱਥ ਲੱਗਾ ਰਾਤ, ਲਾਲਚ ਧਰ ਕੈ ਲੀਨ ਛਪਾਈ। ਤੂੰ ਹੁਣ ਵੀ ਲਾਲਚ ਜਾ ਧਾਰ ਕੇ ਤੇ ਛੁਪਾ ਲਿਆ ਸਾਡੇ ਤੋਂ ਚੋਰੀ। ਸੋ ਨਹਿ ਛੋਡਹਿ ਕੈਸੇ ਕਰੋ। ਉਹ ਸੁਣ ਲਾ ਗੱਲ ਹੈ, ਉਹ ਤੇ ਹੀ ਛੱਡਣਾ ਨਹੀਂ ਹੈ ਪੈਸਾ। ਜਿੰਨੀਆਂ ਮਰਜ਼ੀ ਤੂੰ ਗੱਪਾਂ ਮਾਰ, ਕਿਸੇ ਤਰ੍ਹਾਂ ਵੀ ਯਤਨ ਹੀਲਾ ਕਰ ਲਾ। ਤੁਮ ਪਾਸ ਹਮਾਰੇ ਤੇ ਲੇਤ ਸਦਾਈ। ਯਾਦ ਕਰਨਾ ਜਦੋਂ ਸਾਡੇ ਘਰ ਕੋਈ ਆਉਂਦਾ ਅਸੀਂ ਠੱਗਦੇ ਹਾਂ ਤੇ ਤੂੰ ਸਾਡੇ ਕੋਈ ਹਿੱਸਾ ਲੈਂਦਾ ਨਹੀਂ ਹੋਵੇ। ਇਸੇ ਤਰ੍ਹਾਂ ਤੇਰੇ ਪਾਸੋਂ ਅਸੀਂ ਵੀ ਜਿਹੜਾ ਲਵਾਂਗੇ ਜਿਵੇਂ ਤੂੰ ਸਾਡੇ ਕੋਲ ਲੈਂਦਾ ਰਿਹਾ ਹੈ। ਕਿਉਂ ਅਬ ਤੂਸ਼ਨ ਬੈਠ ਰਹਾ। ਕਿਉਂ ਹੁਣ ਤੂੰ ਆਵੇ ਜਿਵੇਂ ਮਾਂ ਮਰੀ ਹੁੰਦੀ ਚੁੱਪ ਕਰਕੇ ਬੈਠ ਰਿਹਾ ਹੈ। ਸਭ ਕਾਢ ਨਿਕੇਤ ਤੇ ਦੇਹੋ ਦਿਖਾਈ। ਜਿੱਥੇ ਸੰਦੂਕੜੀ 'ਚ ਰੱਖਿਆ ਨੂੰ ਕੱਢ ਕੇ ਆਪਣੇ ਘਰ ਤੋਂ ਦਿਖਾ ਦੇ ਸਾਨੂੰ ਕਿੰਨੇ ਕੁ ਪੈਸੇ ਹੈ। ਸਵਈਆ ਆਨ ਕਰੀ ਨਿਜ ਪੀਰਨ ਕੀਰਤਨਾ। ਜਦੋਂ ਇਹ ਹਟੇ ਨਾ ਅਖੀਰੇ ਉਹਨੇ ਆਪਣੇ ਪੀਰ ਦੇਵੀ ਜੀ ਦੀ ਸਹੁੰ ਖਾਧੀ, ਕਿਉਂਕਿ ਠੱਗਾਂ ਲੋਕਾਂ ਨੂੰ ਇੱਕ ਦੇਵੀ ਹੈ ਉਹੀ ਇਹਨਾਂ ਦੀ ਰੱਖਿਆ ਕਰਦੀ ਹੈ। ਇਹ ਦੇਵੀ ਨੂੰ ਮੰਨਦੇ ਜ਼ਿਆਦਾ ਠੱਗ ਲੋਕ। ਜਦੋਂ ਠੱਗੀ ਮਾਰਦੇ ਉਦੋਂ ਕਹਿੰਦੇ ਹੇ ਦੇਵੀ ਕਰ ਕਿਰਪਾ ਅੱਜ। ਅਤੇ ਇਹ ਜਦੋਂ ਨਾ ਹੀ ਹਟੇ ਫਿਰ ਇਹਨੇ ਆਪਣੇ ਦੇਵੀ ਪੀਰ ਦੀ ਸਹੁੰ ਜੀ ਖਾਧੀ ਹੈ ਵੀ ਮੈਨੂੰ ਸਹੁੰ ਲੱਗੇ ਮਾਤਾ ਦੀ। ਸਾਚ ਪਛਾਨਤ ਪੇ ਤਬ ਹੀ। ਅਤੇ ਇਹਨਾਂ ਫਿਰ ਉਹ ਸਾਰਿਆਂ ਨੇ ਸੱਚ ਪਛਾਣ ਲਿਆ ਉਸੇ ਵੇਲੇ ਵੀ ਇਹ ਬਿਲਕੁਲ ਠੀਕ ਹੀ ਕਹਿ ਰਿਹਾ ਹੈ। ਕੌਣ ਸੇ ਪੰਥ ਗਏ ਉਠ ਤੁਰਨਾ। ਉਹ ਕਹਿਣ ਲੱਗੇ ਵੀ ਤੂੰ ਵਿਚਾਰਨ ਲੱਗੇ ਆਪੋ ਵਿੱਚ ਵੀ ਕਿਹੜੇ ਰਸਤੇ ਤੋਂ ਉੱਠ ਕੇ ਤੇ ਉਹ ਛੇਤੀ ਨਾਲ ਚਲੇ ਗਏ ਐ। ਜੋ ਮਿਲ ਸੋਚ ਕਰੀ ਸਭ ਹੀ। ਇਉਂ ਮਿਲ ਕਰਕੇ ਫਿਰ ਸਾਰਿਆਂ ਨੇ ਸੋਚ ਵਿਚਾਰ ਕੀਤੀ ਹੈ। ਗ੍ਰਾਮ ਕੀ ਚਾਰ ਦਿਸ਼ਾ ਅਵਲੋਕ ਕੈ। ਕਹਿੰਦੇ ਤੂੰ ਉਧਰ ਦੀ ਹੋ ਜਾ ਮੈਂ ਐਂਦੀ ਜਾਣਾ, ਤੂੰ ਵਿੱਚੋਂ ਦੀ ਹੋ ਜਾ। ਐਵੇਂ ਪਿੰਡ ਦੀ ਜਿਹੜੀ ਹੈ ਫਿਰਨੀ ਜੀ ਵੇਖ ਕੇ ਚਾਰ ਚਫੇਰਾ ਹੀ ਵੇਖ ਕੇ ਪੈਰ ਕੋ ਖੋਜ ਪਿਖਿਓ ਜਬ ਹੀ। ਜਦੋਂ ਹੀ ਉਹ ਅੰਮ੍ਰਿਤ ਵੇਲੇ ਨਾਲ ਤੇ ਨਿਕਲੇ ਸੀ ਅਜੇ ਲੋਕ ਘੱਟ ਹੀ ਉੱਠੇ ਸਨ, ਕਿਉਂਕਿ ਠੱਗਾਂ ਦੀ ਰਾਤ ਲੰਘ ਜਾਂਦੀ ਹੈ, ਜਾਗਦੇ ਜਾਗਦੇ ਦਿਨੇ ਉੱਠਦੇ ਨਹੀਂ ਹੁੰਦੇ। ਇਹ ਜਦੋਂ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਉਹ ਖੋਜ ਚਿੰਨ੍ਹ ਜਿਹਾ ਦੇਖਿਆ, ਭਾਲਿਆ ਵੇਖਿਆ ਰਸਤੇ ਵਿੱਚ। ਮਾਨਵ ਜਵਾਨ ਚਲੇ ਤਬ ਚਾਰ। ਉਸ ਵੇਲੇ ਬੜੇ ਤਕੜੇ ਜਿਹੜੇ ਠੱਗ ਜਵਾਨ ਹੈ, ਯੰਗ ਜਿਹੜੇ ਆਪਣੇ ਵੱਲ ਉਹ ਚੱਲੇ ਐ। ਕਹਿ ਕੇ ਗਹਿ ਹਮ ਜਾ ਬਹੀ। ਕਹਿਣ ਲੱਗੇ ਕਹਿੰਦੇ ਫਿਕਰ ਨਾ ਕਰੋ, ਹੁਣੇ ਅਸੀਂ ਜਾ ਕੇ ਉਹਨਾਂ ਨੂੰ ਫੜ ਲਵਾਂਗੇ, ਕਿੱਥੇ ਕਿ ਨੱਠ ਜਾਣਗੇ। ਸਵਈਆ ਪੰਚਮੇ ਕੋਸ ਮੈਂ ਜਾਏ ਮਿਲੇ। ਉਹ ਜਵਾਨ ਸੀ ਤੈਂ ਪੈਰ ਪੁੱਟਦੇ ਪੁੱਟਦੇ ਪੰਜਾਂ ਕੁ ਕੋਹਾਂ ਤੇ ਸਤਿਗੁਰ ਜੀ ਨੂੰ ਜਾ ਮਿਲੇ। ਇੱਕ ਪੰਚਕ ਉੱਚ ਸੋ ਵਾਕ ਲਾਇਓ। ਉੱਚ ਇੱਕ ਜਿਹੜਾ ਠੱਗ ਸੀ ਜਵਾਨ, ਉਹਨੇ ਬੜੀ ਉੱਚੀ ਨਾਲ ਬਚਨ ਕਿਹਾ। ਜਾਹੋ ਕਹਾਂ ਅਬ ਠਾਂਡ ਰਹੋ। ਕਹਿੰਦਾ ਉਹ ਕਿੱਥੇ ਜਾਂਦੇ ਹੋ, ਖਲੋ ਜਾਓ ਇੱਥੇ ਖੜੇ ਰਹੋ ਹੁਣ। ਨਿਸ਼ਚੈ ਘਰ ਮੇਰੋ ਚੁਰਾਏ ਕਾ ਲਿਆਇਓ। ਅੱਜ ਯਕੀਨਨ ਗੱਲ ਹੈ, ਭਰੋਸੇ ਵਾਲੀ ਗੱਲ ਹੈ, ਮੇਰਾ ਜਿਹੜਾ ਘਰ ਤੁਸੀਂ ਚਰਾ ਕੇ ਲੈਣ ਦਾ ਸਭ ਕੁਝ ਚੁੱਕ ਲਿਆਂਦਾ ਤੁਸੀਂ। ਮਾਰਾਂਗੇ ਨਹੀਂ ਜੀਵਤ ਛੋੜਾਂ। ਆ ਤੁਹਾਨੂੰ ਹੁਣ ਜਿੰਦਾ ਨਹੀਂ ਛੱਡਣਾ ਹੈ, ਪੱਕੀ ਗੱਲ ਵੀ ਮਾਰਾਂਗੇ ਖਤਮ ਕਰ ਦਿਆਂਗੇ। ਦੇਹੋ ਸਭੈ ਧਨ ਜੇਤੋ ਚੁਰਾਇਓ। ਜਿੰਨਾ ਵੀ ਸਾਡਾ ਪੈਸਾ ਧੇਲਾ ਚਰਾਇਆ ਘਰ ਵਿੱਚੋਂ ਸਾਨੂੰ ਦੇ ਦਿਓ ਸਾਰਾ। ਸ੍ਰੀ ਗੁਰ ਹਾਕ ਸੁਣੀ ਜਬ ਸ਼ਰਣ ਮੈਂ। ਜਦੋਂ ਇਹ ਜਵਾਨ ਦੀ ਹਾਕ ਜੀ ਸਤਿਗੁਰ ਜੀ ਨੇ ਆਪਣੇ ਸਰਵਣਾ ਵਿੱਚ ਸੁਣੀ ਹੈ। ਠਾਂਡੇ ਰਹੇ ਨਹਿ ਪੈਰ ਉਠਾਇਓ। ਮਹਾਰਾਜ ਜੀ ਨੇ ਕਿੱਥੇ ਜਾਣਾ, ਗੁਰੂ ਸਾਹਿਬ ਜੀ ਥੋੜ੍ਹੀ ਕਿਸੇ ਤੋਂ ਡਰਦੇ ਆ। ਉਹਦੀ ਸਿੱਖਿਆ ਹੀ ਦੇਣੀ ਸੀ ਥੋੜ੍ਹਾ ਪਰੇ ਜੇ ਕਰਕੇ, ਕਿਉਂਕਿ ਸਿੱਖਿਆ ਦੇਣ ਲਈ ਥਾਂ ਹੀ ਉਹ ਮਹਾਰਾਜ ਜੀ ਨੇ ਚੁਣਿਆ ਸੀ। ਗੁਰੂ ਸਾਹਿਬ ਉੱਥੇ ਖੜੇ ਰਹੇ, ਆਪਣਾ ਅਗਲੇ ਪਾਸੇ ਪੈ ਚਰਨ ਨਹੀਂ ਚੁੱਕਿਆ। ਗੁਰ ਬੂਜਨ ਕੀਨ ਕਹੋ ਤੁਮ ਕਿਆ। ਗੁਰੂ ਜੀ ਨੇ ਪੁੱਛਣਾ ਕੀਤਾ ਵੀ ਕੀ ਕਹਿਣਾ ਜਵਾਨਾ। ਇੱਕ ਬੰਚਕ ਆਏ ਕੈ ਬਾਣੀ ਅਲਾਈ। ਇੱਕ ਠੱਗ ਜਵਾਨ ਨੇ ਵਿੱਚੋਂ ਨਿਕਲ ਕੇ ਤੇ ਬਾਣੀ ਬਚਨ ਕਿਹਾ। ਸਗਰੋ ਧਨ ਦੇਹੋ ਅਬੈ ਨਿਜ ਪਾਸ ਤੇ। ਕਹਿੰਦੇ ਵੀ ਕਹਿਣਾ ਕੀ ਆ ਬਜ਼ੁਰਗਾ,
ਆਪਣੇ ਕੋਲ ਤੇਰੇ ਜਿੰਨਾ ਵੀ ਪੈਸਾ ਧੇਲਾ ਹੈਗਾ ਸਾਰਾ ਹੀ ਸਾਨੂੰ ਦੇ ਦੇ ਕੱਢ ਕੇ। ਮਾਰਹਿਗੇ ਤੁਮਕੋ ਇਹ ਥਾਈ। ਬਾਕੀ ਛੱਡਣਾ ਤੇ ਕੋਈ ਹੈ ਨਹੀਂ, ਇਸੇ ਥਾਂ ਹੁਣ ਤੈਨੂੰ ਮਾਰ ਦਿਆਂ, ਖਤਮ ਕਰ ਦਿਆਂਗੇ ਤਿੰਨਾਂ ਨੂੰ। ਛਲ ਕੋ ਕਰ ਕੈ ਰਜਨੀ ਤੇ ਬਚਿਓ। ਛਲ ਫਰੇਬ ਜਾ ਕਰਕੇ ਰਾਤ ਨੂੰ ਤੂੰ ਸਾਡੇ ਤੋਂ ਬਚ ਨਿਕਲਿਆ ਬਜ਼ੁਰਗਾ। ਅਬ ਸਾਬਤ ਛੋੜ ਕੈ ਤੋਹੇ ਨਾ ਜਾਈ। ਹੁਣ ਸਬੂਤਾ ਜਿੰਦਾ ਛੱਡ ਕੇ ਨਹੀਂ ਤੈਨੂੰ ਜਾਵਾਂਗੇ। ਹਮਾਰੀ ਇਹ ਰੀਤ ਸਦੀਵ ਹੈ। ਸਾਡੀ ਤੇ ਜਿਹੜੀ ਰੀਤੀ ਹੈ ਹਮੇਸ਼ਾ ਹੀ ਵਾਸਤੇ ਹੈ। ਹਨ ਪੂਰਬ ਪਾਛੇ ਤੋਂ ਲੈ ਬਥ ਕਾਈ। ਇਹ ਪਹਿਲਾਂ ਅਸੀਂ ਮਾਰਦੇ ਹਾਂ, ਫਿਰ ਉਹ ਅਗਲੇ ਮਨੁੱਖ ਦੀ ਵਸਤੂ ਲੈਂਦੇ ਹਾਂ, ਫਿਰ ਅਸੀਂ ਜਿਹੜਾ ਕੁਝ ਉਹਦੇ ਕੋਲ ਧਨ ਦੌਲਤ ਹੋਵੇ ਉਹ ਲੈ ਲੈਂਦੇ ਹਾਂ, ਪਹਿਲਾਂ ਅਸੀਂ ਮਾਰਦੇ ਹਾਂ। ਇਹ ਸਾਡੀ ਕੋਈ ਨਵੀਂ ਗੱਲ ਨਹੀਂ ਹੈ, ਸਾਡੀ ਪੱਕੀ ਪਹਿਲੀ ਰੀਤੀ ਹੈ ਹਮੇਸ਼ਾ ਦੀ। ਸਵਈਆ ਜੇ ਤੁਮ ਮਾਰਨ ਆਏ ਹਮੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਜਵਾਨੋ, ਜੇ ਤੁਸੀਂ ਸਾਨੂੰ ਮਾਰਨੀ ਆਏ ਹੋ ਹੁਣ ਇੱਕ ਵਾਕ ਸੁਨੋ ਸੋ ਕਰੋ ਮਨ ਲਾਈ। ਇੱਕ ਸਾਡਾ ਬਚਨ ਸੁਣੋ, ਜਿਵੇਂ ਕਹਿੰਦੇ ਤੇ ਉਹ ਮਨ ਲਾ ਕੇ ਉਸੇ ਤਰ੍ਹਾਂ ਹੀ ਕਰ ਕਰਾ ਲਓ। ਹਿੰਦਨ ਕੋ ਤਨ ਜਾਨੋ ਹਮਾਰਾ। ਕਿਉਂਕਿ ਅਸੀਂ ਹਿੰਦੁਸਤਾਨ ਵਿੱਚੋਂ ਆਏ ਹਾਂ ਤੇ ਸਾਡਾ ਜਿਹੜਾ ਸਰੀਰ ਹੈ, ਅਸੀਂ ਹਿੰਦੁਸਤਾਨ ਵਿੱਚ ਪੈਦਾ ਹੋਏ ਹਾਂ, ਇਹ ਸਾਡਾ ਸਰੀਰ ਹਿੰਦੂਆਂ ਵਾਲਾ ਜਾਣ ਲਓ। ਜੇ ਮਾਰਹ ਐਸੇ ਨਾ ਗੇਰ ਕੈ ਜਾਈ। ਤੇ ਜੇ ਤੁਸੀਂ ਸਾਨੂੰ ਮਾਰਨਾ ਹੀ ਹੈ ਤੇ ਇਸ ਤਰ੍ਹਾਂ ਵੀ ਸੁੱਟ ਕੇ ਨਾ ਜਾਇਓ। ਪਾਵਕ ਲੈ ਕਰ ਦਾਹ ਕਰੋ। ਅੱਗ ਲੈ ਲਓ ਤੇ ਅੱਗ ਲੈ ਕੇ ਸਾਨੂੰ ਸਾੜਨਾ ਕਰੋ, ਸਾਡਾ ਅੰਤਮ ਸੰਸਕਾਰ ਕਰ ਦਿਓ। ਪੁਨ ਜਾਵਹੁ ਧਾਮਨ ਕੋ ਧਨ ਪਾਈ। ਫਿਰ ਜਿਹੜਾ ਵੀ ਤੁਸੀਂ ਸਾਡੇ ਕੋਲ ਜੋ ਧਨ ਪੈਸਾ ਉਹ ਪਾ ਕੇ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ। ਭਾਜ ਸਕੈ ਤੁਮ ਤੇ ਹਮ ਨਾਹੇ। ਹੁਣ ਤੇ ਤੁਸੀਂ ਇੱਕ ਜਵਾਨ ਵੀ ਉਹ ਆ ਕੇ ਸਾਡੇ ਘੇਰਾ ਸਾਨੂੰ ਪਾ ਲਿਆ, ਅਸੀਂ ਤੇ ਕਿਸੇ ਤਰ੍ਹਾਂ ਭੱਜ ਨਹੀਂ ਸਕਦੇ। ਲਿਏ ਹਥਿਆਰ ਮਿਲੇ ਅਬ ਆਈ। ਕਿਉਂਕਿ ਹੁਣ ਤੁਸੀਂ ਆ ਕੇ ਸਾਨੂੰ ਅੱਗੋਂ ਹੀ ਆ ਮਿਲੇ, ਉਹ ਹਥਿਆਰ ਹੱਥਾਂ ਵਿੱਚ ਲਏ ਹੋਏ ਹੈ। ਦੋਹਰਾ ਗੁਰ ਕੋ ਦਰਸ ਬਿਲੋਕ ਕੈ। ਗੁਰੂ ਸਾਹਿਬ ਦਾ ਦਰਸ਼ਨ ਹੀ ਐਸਾ ਸੀ, ਦਰਸ਼ਨ ਦੇਖ ਗਈ। ਬਚਨ ਸੁਨੇ ਜਬ ਕਾਨਾ। ਜਦੋਂ ਇਹ ਠੱਗਾਂ ਨੇ ਕੰਨਾਂ ਵਿੱਚ ਬਚਨ ਸੁਣੇ ਮਹਾਰਾਜ ਦੇ, ਕੁਸ਼ਕ ਦਇਆ ਉਪਜੀ ਹਿਰਦੇ। ਕੁਝ ਕੁ ਜਿਹੜੀ ਦਇਆ ਹਿਰਦੇ ਵਿੱਚ ਪੈਦਾ ਹੋਈ ਹੈ। ਕਹਿ ਕੇ ਲਿਹੋ ਬਚਮਾਨਾ। ਕਹਿਣ ਲੱਗੇ ਆਪੋ ਵਿੱਚ ਵੀ ਠੀਕ ਆਪਾਂ ਮਾਰ ਤੇ ਦੇਣਾ ਹੀ ਆ, ਤੇ ਜੇ ਕਹਿੰਦੇ ਸੰਸਕਾਰ ਵੀ ਕਰ ਦਾਂਗੇ, ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਜਿਹੜੀ ਸਾਨੂੰ ਕੋਈ ਤੰਗੀ ਹੋਣੀ ਆ। ਕਹਿੰਦੇ ਵੀ ਇੰਜ ਕਰੋ, ਬਚਨ ਮੰਨ ਲਓ ਇਹਨਾਂ ਦਾ। ਚੌਪਈ ਤਮ ਕੋ ਦੇਹ ਦਾਹੋ ਕਿਹ ਭਾਂਤੀ। ਫਿਰ ਇਕੱਠੀ ਆਵਾਜ਼ ਵਿੱਚ ਬੋਲੇ ਵੀ ਆ ਦੱਸੋ ਤੁਹਾਨੂੰ ਅਸੀਂ ਜਿਹੜਾ ਵੀ ਕਿਸ ਤਰ੍ਹਾਂ ਅੱਗ ਨਾਲ ਸਾੜ ਦਈਏ, ਸੰਸਕਾਰ ਕਰ ਦਈਏ। ਅਗਨ ਸਮੀਪ ਨਾ ਕਹੋ ਦਿਸਾਤੀ। ਇੱਥੇ ਤੇ ਜਿਹੜੀ ਅੱਗ ਹੈ ਨੇੜੇ ਤੇੜੇ ਕੋਲ ਦਿਸੀ ਨਹੀਂ ਰਹੀ ਕਿਤੇ। ਜੇ ਜੀਵਤ ਸ਼ੋਰਾ ਤੁਮ ਤਾਈ। ਜੇ ਤੁਹਾਨੂੰ ਅਸੀਂ ਮਾਰਿਆ ਨਾ ਤੇ ਜੀਂਦੇ ਹੀ ਛੱਡ ਕੇ ਚਲੇ ਗਏ। ਕਰਹੁ ਪੁਕਾਰ ਜਾਏ ਕਿਹ ਥਾਈ। ਫਿਰ ਤੁਸੀਂ ਕਿਸੇ ਥਾਂ ਜਾ ਕੇ ਕਿਸੇ ਰਾਜੇ ਮਹਾਤਮਾ ਕੋਲ ਸਾਡੇ ਲਈ ਸਾਨੂੰ ਖਤਮ ਕਰਨ ਵਾਸਤੇ ਪੁਕਾਰ ਕਰੋਗੇ, ਫਰਿਆਦ ਕਰੋਗੇ ਵੀ ਇਹ ਫਲਾਣੇ ਥਾਂ ਠੱਗ ਰਹਿੰਦੇ ਐ। ਸੁਨ ਬੋਲੇ ਬੇਦੀ ਕੁਲ ਦੀਪਾ। ਸੁਣ ਕੇ ਜੋ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਬੋਲੇ ਐ। ਇਸ ਦਿਸ਼ ਦੇਖੋ ਧੂਮ ਸਮੀਪਾ। ਮਹਾਰਾਜ ਕਹਿੰਦੇ ਵੀ ਅੱਗ ਦਾ ਫਿਕਰ ਨਾ ਕਰੋ, ਆ ਇਸ ਤਰਫ ਦੇਖੋ ਉਹ ਧੂਆਂ ਨੇੜੇ ਹੀ ਦਿਸ ਰਿਹਾ ਹੈ। ਹਮਾਰੇ ਜੀਵਤ ਅਗਨ ਅਨੀਜਾ। ਤੁਸੀਂ ਇੰਜ ਕਰੋ ਵੀ ਸਾਡੇ ਜੀਂਦਿਆਂ ਪਹਿਲਾਂ ਅੱਗ ਹੀ ਲੈ ਆਓ। ਮਾਰਨ ਬਾਹਰ ਕਸੋਟਨ ਕੀਜਾ। ਖਸੋਟਣ ਕੀਜੇ, ਫਿਰ ਜੋ ਸਾਡੇ ਕੋਲ ਹੈ ਉਹ ਖੂਹ ਲੈਣਾ, ਲੁੱਟ ਖੋਹ ਕਰ ਲਈਏ।
ਤੇ ਮੋੜ ਸਾਨੂੰ ਮਾਰ ਦਈਏ, ਸਾਡਾ ਸੰਸਕਾਰ ਕਰ ਦਈਏ। ਦਇਆ ਜਾਵ ਲਿਆਵਨ ਕੇ ਹੇਤਾ। ਜੇ ਤੁਹਾਨੂੰ ਸਾਡੇ ਬਚਨਾਂ ਦੇ ਭਰੋਸਾ ਨਹੀਂ ਹੈ ਤੇ ਦੋ ਜਾਣੇ ਜਿਹੜੇ ਅੱਗ ਲੈਣ ਵਾਸਤੇ ਚਲੇ ਜਾਵੋ। ਦਇਆ ਟਿਕ ਬੈਠ ਹੋਏ ਸੁਚੇਤਾ। ਦੋ ਸਾਡੇ ਕੋਲ ਹੀ ਬੈਠ ਜਾਓ, ਐ ਸੁਚੇਤ ਸਾਵਧਾਨ ਸਤਰਕ ਹੋ ਕੇ। ਸ੍ਰੀ ਗੁਰ ਤਿਨ ਸੁਖ ਦੇਵਨ ਕਾਰਨਾ। ਭਾਈ ਬਾਲਾ ਜੀ ਕਹਿੰਦੇ ਵੀ ਉਹਨਾਂ ਠੱਗਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਸੁਖ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਇਸ ਬਿਦ ਕੀਨੇ ਬਚਨ ਉਚਾਰਨ। ਇਸ ਤਰ੍ਹਾਂ ਜਿਹੜੇ ਉਹ ਬਚਨ ਉਚਾਰਨੇ ਕੀਤੇ ਕਹਿਓ ਮਾਨ ਸੋਈ ਬਿਦ ਕੀਨੰ। ਉਹਨਾਂ ਠੱਗਾਂ ਨੇ ਸਤਿਗੁਰੂ ਜੀ ਦਾ ਕਹਿਆ ਹੋਇਆ ਮੰਨ ਕੇ ਉਸੇ ਤਰ੍ਹਾਂ ਢੰਗ ਤਰੀਕਾ ਕੀਤਾ। ਤੈ ਗਮਨੇ ਜਹ ਅਗਨੀ ਚੀਨੰ। ਜਿੱਥੇ ਅੱਗ ਨੂੰ ਜਾਣਿਆ, ਧੂਆਂ ਜਿਹਾ ਪਛਾਣਿਆ, ਉਧਰ ਨੂੰ ਦੋ ਜਾਣੇ ਚਲੇ ਗਏ। ਦੈ ਬੈਠੇ ਹਥਿਆਰ ਉਗਾਰੇ। ਦੋ ਜਾਣੇ ਬੈਠੇ ਉੱਥੇ ਹਥਿਆਰਾਂ ਨੂੰ ਨੰਗਿਆਂ ਕਰਕੇ ਐ ਮਿਆਨਾਂ ਵਿੱਚੋਂ ਲਿਸ਼ਕਦੀਆਂ ਤਲਵਾਰਾਂ ਕੱਢ ਕੇ। ਵੈ ਸੁਚੇਤ ਢਿਗ ਮਾਰਨ ਹਾਰੇ। ਉਹ ਮਾਰਨ ਵਾਲੇ ਕੋਲ ਦੋ ਸੁਚੇਤ ਹੋ ਕੇ ਬੈਠੇ ਐ। ਮਗ ਮਹਿ ਜਾਤ ਚਲੇ ਸੋ ਦੋ। ਉਸ ਵੇਲੇ ਰਸਤੇ ਵਿੱਚ ਦੋ ਜਾਣੇ ਚੱਲੇ ਜਾ ਰਹੇ ਸੀ ਠੱਗ। ਦੇਖੇ ਨਰ ਕੋ ਮਾਰਤ ਕੋ। ਉਹਨਾਂ ਕੀ ਦੇਖਿਆ ਹੈ? ਇੱਕ ਪੁਰਸ਼ ਨੂੰ ਜਿਹੜਾ ਕੋਈ ਮਾਰ ਰਹੇ ਹੈ। ਬਾਂਧਿਓ ਲੀਨੇ ਜਾਤ ਅਗਾਰੀ। ਉਸ ਮਨੁੱਖ ਨੂੰ ਬੰਨਿਆ ਜੋੜਿਆ ਤੇ ਅੱਗੇ ਲਾ ਕੇ ਲਈ ਜਾਂਦੇ ਐ। ਮਾਰ ਮਾਰ ਪੀੜਾ ਦੇ ਭਾਰੀ। ਐਵੇਂ ਘਸੁੰਨ ਮੁੱਕੀਆਂ ਮਾਰ ਮਾਰ ਕੇ ਬਹੁਤ ਹੀ ਭਾਰੀ ਪੀੜਾ ਦੇ ਰਹੇ ਉਸ ਮਨੁੱਖ ਨੂੰ। ਤਿਨ ਤੇ ਦੁਰ ਕੈ ਲੰਗੇ ਧਾਈ। ਇਹ ਠੱਗ ਜਿਹੜੇ ਅੱਗ ਲੈਣ ਗਏ ਸੀ, ਉਹਨਾਂ ਜਿਸ ਮਨੁੱਖ ਨੂੰ ਜਿਹੜੇ ਮੁੱਕੀਆਂ ਮਾਰ ਰਹੇ ਆ ਬੜੇ ਤਗੜੇ ਤਗੜੇ, ਉਹਨਾਂ ਨੂੰ ਦੇ ਕੇ ਇਹ ਸ਼ੁਭ ਕਰਕੇ ਦੌੜ ਕੇ ਲੰਘੇ ਵੀ ਕਿਤੇ ਸਾਡੀ ਵਾਰੀ ਨਾ ਆ ਜਾਏ। ਦੇਖੀ ਚਿਖਾ ਬਰੀ ਤਿਹ ਥਾਈ। ਉਸ ਥਾਂ ਜਿੱਥੇ ਚਿਖਾ ਬਲ ਰਹੀ ਸੀ ਉਹ ਜਾ ਦੇਖੀ ਹੈ। ਅਗਨ ਨਿਕਾਸ ਲੀਨ ਨਿਜ ਹਾਥਾ। ਉਹ ਚਿਖਾ ਵਿੱਚੋਂ ਆਪਣੇ ਹੱਥਾਂ ਨਾਲ ਹੀ ਅੱਗ ਜੀ ਕੱਢ ਲਈ ਏ ਨਾ। ਹਟ ਗਮਨੇ ਜਿਤ ਦੇਸ਼ ਜਗਨਾਥਾ। ਜਿਸ ਤਰਫ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਧਰ ਨੂੰ ਇਹ ਮੁੜ ਕੇ ਚੱਲ ਪਏ। ਬਾਹਰ ਆਏ ਕਰ ਦੇਖਿਓ ਦੋ। ਫਿਰ ਜਦੋਂ ਇਹ ਵਾਪਸ ਆਏ ਠੱਗ, ਇਹਨਾਂ ਮੁੜ ਆ ਕੇ ਕੀ ਦੇਖਿਆ ਦੋਨਾਂ? ਚੜਿਓ ਜਾਤ ਸਿਵਕਾ ਨਰਸੋ। ਉਹੀ ਉਹ ਪੁਰਸ਼ ਜਿਹਨੂੰ ਮੁੱਕੀਆਂ ਘਸੁੰਨ ਵੱਜ ਰਹੇ ਸੀ, ਉਹ ਸੁਖ ਪਾਲਕੀ ਵਿੱਚ ਚੜਿਆ ਜਾਂਦਾ ਹੈ ਸੁਖ ਨਾਲ। ਗਾਵਤ ਗਾਇਕ ਰਾਗ ਅਗਾਰੀ। ਉਹਦੇ ਅੱਗੇ ਅੱਗੇ ਜਿਹੜੇ ਰਾਗੀ ਗਵਈਏ ਗੰਧਰਵ ਹੈ ਉਹ ਗਾਉਂਦੇ ਜਾਂਦੇ ਸ਼ਬਦ। ਆਸ ਬਿਲੋਕ ਭਾ ਅਚਰਜ ਭਾਰੀ। ਐਸਾ ਦੇਖ ਕੇ ਬੜਾ ਭਾਰੀ ਅਚਰਜਤਾ ਵਿੱਚ ਹੋਏ, ਹੈਰਾਨ ਹੱਕੇ ਬੱਕੇ ਹੋਏ ਐ। ਬਿਨ ਪੁੱਛੇ ਤੇ ਜਾਏ ਨਾ ਜਾਣਾ। ਵਿਚਾਰਦੇ ਵੀ ਬਿਨਾਂ ਪੁੱਛੇ ਤੋਂ ਜਾਣਿਆ ਨਹੀਂ ਜਾਏਗਾ, ਸਮਝਿਆ ਨਹੀਂ ਜਾਏਗਾ। ਪੂਰਬ ਸੰਕਟ ਦੇਤ ਮਹਾਨਾ। ਪਿਆ ਤੇ ਹੱਦ ਹੋ ਗਈ ਹੈ। ਪਹਿਲਾਂ ਦੁੱਖ ਦੇ ਰਹੇ ਸੀ, ਬਹੁਤਾ ਮੁੱਕੀਆਂ ਘਸੁੰਨ ਕਰ ਰਹੇ ਸਨ। ਅਬ ਆਨੰਦ ਸੋ ਮਾਰਗ ਜਾਏ। ਹੁਣ ਇਹ ਜਿਹੜਾ ਪੁਰਸ਼ ਹੈ ਸੁਖ ਪਾਲਕੀ ਵਿੱਚ ਬੈਠਾ ਹੋਇਆ ਰਾਗੀ ਗਵਈਏ ਆ ਸ਼ਬਦ ਗਾਈ ਜਾਂਦੇ ਹੈ ਤੇ ਆਨੰਦ ਨਾਲ ਰਸਤੇ ਵਿੱਚ ਜਾ ਰਿਹਾ ਚੜਿਆ ਹੋਇਆ। ਘਰ ਵਿਚਾਰਿਓ ਤਿਹ ਟਿਗ ਆਏ। ਇਉਂ ਵਿਚਾਰ ਕਰਕੇ ਉਹ ਜਿਹੜਾ ਪਾਲਕੀ ਸਾਹਿਬ ਵਿੱਚ ਪੁਰਸ਼ ਜਾ ਰਿਹਾ ਸੀ ਤੇ ਜਿਹੜੇ ਲਈ ਜਾ ਰਹੇ ਸੀ ਜਮ ਦੇ ਦੂਤ, ਤੇ ਉਹਨਾਂ ਕੋਲ ਆ ਗਿਆ। ਸਵਈਆ ਕੌਣ ਇਹ ਸਿਵਕਾ ਕਰ ਜਾਵਤ। ਕੌਣ ਇਹ ਸਿਵਕਾ ਪਰ ਜਾਵਤ। ਇਹ ਕੋਲ ਜੇ ਆ ਕੇ ਕਹਿਣ ਲੱਗੇ ਉਹ ਦੂਤਾਂ ਨੂੰ, ਕਹਿੰਦੇ ਵੀ ਆਹ ਕੌਣ ਹੈ ਜਿਹੜਾ ਪਾਲਕੀ ਉੱਪਰ ਸਜ ਧੱਜ ਕੇ ਚੜਿਆ ਜਾਂਦਾ ਹੈ? ਪੂਰਬ ਸਾਸਨ ਦੇਵਤ ਜਾਹੀ। ਇਸੇ ਨੂੰ ਤੁਸੀਂ ਪਹਿਲਾਂ ਸਜ਼ਾ ਦੇ ਰਹੇ ਸੀ। ਦੂਤਨ ਬੈਨ ਭਨੇ ਇਹ ਪਾਪੀ ਥੋ। ਉਹ ਧਰਮ ਰਾਜ ਦੇ ਦੂਤਾਂ ਨੇ ਬਚਨ ਕਹੇ, ਕਹਿੰਦੇ ਵੀ ਸੁਣ ਲਓ, ਇਹ ਜਿਹੜਾ ਪੁਰਸ਼ ਸੀ ਨਾ ਜਿਹੜਾ ਪਾਲਕੀ ਵਿੱਚ ਚੜਿਆ ਜਾਂਦਾ ਹੁਣ, ਇਹ ਤੇ ਬਹੁਤ ਤਕੜਾ ਪਾਪੀ ਸੀ ਪਹਿਲਾਂ। ਦੇਨ ਬੜੋ ਦੁਖ ਲਾਇਕ ਆਹੀ। ਇਹ ਤੇ ਵੱਡੇ ਵੱਡੇ ਦੁੱਖਾਂ ਦੇ ਦੇਣ ਯੋਗ ਹੀ ਹੈ ਸੀ। ਤੁਮ ਚਿਖਾ ਪਿਖਿਓ ਗੁਰ ਨਾਨਕ। ਇਹ ਦੁੱਖ ਦੇਣ
ਇਹਨੂੰ ਦੁੱਖ ਦੇਣੇ ਲਾਇਕ ਹੀ ਸਾਡੇ ਸੰਭਾਂਦੇ ਸਨ, ਪਰ ਭਾਵ ਇਹਨੂੰ ਦੁੱਖ ਦੇਣਾ ਯੋਗ ਹੀ ਸੀ ਪਹਿਲਾਂ। ਅਤੇ ਜੋ ਗੁਰੂ ਨਾਨਕ ਸਾਹਿਬ ਜੀ ਹੈ ਉਹਨਾਂ ਨੇ ਇਹਦੀ ਚਿਖਾ ਦੇ ਧੂੰਏਂ ਵੱਲ ਤੱਕਿਆ, ਦੇਖਿਆ ਹੈ। ਹੋਏ ਪੁਨੀਤ ਗਇਓ ਛਿਨ ਮਾਹੀ, ਜਿਸ ਕਰਕੇ ਦੇਖਣੇ ਮਾਤਰ ਹੀ ਛਿਨ ਵਿੱਚ ਹੀ ਇਹ ਪੁਰਸ਼ ਪਵਿੱਤਰ ਹੋ ਗਿਆ। ਇਹਦੀ ਜਿਹੜੀ ਚਿਖਾ ਦੇ ਧੂੰਏਂ ਵੱਲ ਵੇਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਤਾਂ ਹੀ ਇਹ ਪੁਨੀਤ ਪਵਿੱਤਰ ਹੋ ਗਿਆ ਹੈ। ਸਾਸਨ ਤੇ ਛੁਟ ਪ੍ਰਾਪਤ ਭਾ ਸੁਖ, ਉਹ ਸਾਡੀ ਸਜ਼ਾ ਤੋਂ ਛੁੱਟ ਗਿਆ ਅਤੇ ਸੁੱਖ ਨੂੰ ਪ੍ਰਾਪਤ ਹੋ ਗਿਆ ਹੈ। ਕੀਨ ਜੇ ਪਾਪ ਰਹਿਓ ਇਕ ਨਾਹੀ, ਇਸ ਨੇ ਜਿੰਨੇ ਪਿਛਲੇ ਜਨਮਾਂ ਵਿੱਚ ਪਾਪ ਕੀਤੇ ਹੈ ਜਾਂ ਇਸ ਜਨਮ ਵਿੱਚ ਕੀਤੇ, ਉਹ ਇਹਦਾ ਹੁਣ ਇੱਕ ਨਹੀਂ ਰਹਿ ਗਿਆ। ਸਵਈਆ ਨਾਨਕ ਕੌਣ ਬਤਾਏ ਹਮੈ, ਇਹ ਸੁਣ ਕੇ ਠੱਗ ਕਹਿਣ ਲੱਗੇ ਵੀ ਆ ਨਾਨਕ ਕੌਣ, ਵੀ ਸਾਨੂੰ ਹੀ ਦੱਸ ਦਿਓ। ਸੁਨ ਦੂਤ ਕਹੈ ਤੁਮਰੇ ਟਿਗ ਜੋ, ਸੁਣ ਕੇ ਧਰਮਰਾਜ ਦੇ ਦੂਤ ਕਹਿਣ ਲੱਗੇ ਵੀ ਉਹ ਜੋ ਤੁਹਾਡੇ ਪਾਸ ਕੋਲ ਹਨ। ਮਾਰਨ ਹੇਤਕ ਸੋਟਨ ਕੇ ਤੁਮ, ਜਿਨ੍ਹਾਂ ਨੂੰ ਲੁੱਟਣ ਖੋਹਣ ਵਾਸਤੇ ਤੇ ਮਾਰਨ ਵਾਸਤੇ, ਜਾ ਕੇ ਆਏ ਗੁਰ ਨਾਨਕ ਸੋ, ਜਿਨ੍ਹਾਂ ਨੂੰ ਤੁਸੀਂ ਮਾਰਨ ਵਾਸਤੇ ਲੁੱਟਣ ਖੋਹਣ ਵਾਸਤੇ ਆਏ ਨੇ ਤੇ ਅੱਗ ਲੈਣ ਵਾਸਤੇ ਵੀ ਸੰਸਕਾਰ ਕਰ ਦੇਣਾ ਉਹਨਾਂ ਦਾ, ਉਹ ਗੁਰੂ ਨਾਨਕ ਸਾਹਿਬ ਹਨ ਜਿਹੜੇ ਤੁਹਾਡੇ ਕੋਲ ਹੀ ਬੈਠੇ ਹੋਏ ਹੈ। ਜਾਂ ਸੁਣ ਕੇ ਬਿਸਮਾਦ ਹਿਰਦੇ, ਇਉਂ ਸੁਣ ਕੇ ਠੱਗ ਤੇ ਬੜੇ ਹਿਰਦੇ ਵਿੱਚ ਬਿਸਮਾਦ ਅਸਚਰਜ ਹੋਏ ਹੈ। ਹਮ ਕੋ ਤ੍ਰਿਕ ਤਾਏ ਚਲੇ ਤਬ ਦੋ, ਕਹਿਣ ਲੱਗੇ ਉਹ ਆਪਣਿਆਂ ਦੋਵੇਂ ਆਪਣਿਆਂ ਨੂੰ ਕਹਿੰਦੇ ਸਾਨੂੰ ਤਰਕਾਰ ਹੈ, ਲਾਹਨਤ ਹੈ, ਉਹ ਐਸੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਮਾਰੋਗੇ। ਇਹ ਮਨਾ ਤੂੰ ਤੇ ਕਦੀ ਨਹੀਂ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਮਾਰ ਸਕਦਾ। ਆ ਸਾਡੇ ਵਰਗੇ ਕਰੋੜਾਂ ਖਰਬਾਂ ਬੇਅੰਤ ਹੋ ਜਾਣ, ਗੁਰੂ ਨਾਨਕ ਸਾਹਿਬ ਨੂੰ ਅਸੀਂ ਮਾਰ ਨਹੀਂ ਸਕਦੇ, ਉਹ ਤੇ ਐਸੇ ਮਹਾਨ ਹੈ। ਲਾਹਨਤ ਹੈ ਸਾਨੂੰ। ਇਵੇਂ ਕਹਿ ਕੇ ਦੋਵੇਂ ਦੌੜ ਕੇ ਚੱਲੇ ਠੱਗ। ਆਨ ਗਹੇ ਪਦ ਪੰਕਜ ਪਾਨ ਸਾ, ਆ ਕਰਕੇ ਸਤਿਗੁਰ ਜੀ ਦੇ ਚਰਨ ਕਮਲ ਆਪਣੇ ਹੱਥਾਂ ਨਾਲ ਪਕੜ ਲਏ ਐ। ਬੈਨ ਭਨੇ ਤੁਮ ਹੋ ਦੁਖ ਖੋ, ਬੜੇ ਨਿਮਾਣੇ ਹੋ ਕੇ ਬਚਨ ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ ਤੁਸੀਂ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ ਜੀ। ਦੋਹਰਾ ਸਰਬ ਬਿਰਤਾਂਤ ਦਿਖਾਏ ਕਾ, ਸਾਰਾ ਪ੍ਰਸੰਗ ਜਿਹੜਾ ਵਰਤਾਂਤ ਹੈ, ਪ੍ਰਸੰਗ ਇਹਨਾਂ ਨੂੰ ਗੁਰੂ ਸਾਹਿਬ ਜੀ ਦਿਖਾ ਕੇ ਵੀ ਪਹਿਲਾਂ ਉਸ ਮਨੁੱਖ ਨੂੰ ਮੁੱਕੀਆਂ ਵੱਜ ਰਹੀਆਂ ਸਨ, ਫਿਰ ਉਹ ਪਾਲਕੀ ਉੱਪਰ ਚੜ੍ਹਿਆ ਜਾ ਰਿਹਾ ਸੀ ਸੁੱਖ ਨਾਲ, ਇਹ ਪ੍ਰਸੰਗ ਦਿਖਾ ਕੇ ਸ਼ਰਧਾ ਆਪਣੀ ਦੀਨਾ, ਆਪਣੀ ਜਿਹੜੀ ਹੈ ਸ਼ਰਧਾ ਇਹਨਾਂ ਦੇ ਹਿਰਦੇ ਵਿੱਚ ਬਹੁਤ ਹੀ ਦੇ ਦਿੱਤੀ ਹੈ। ਕਰਤਕ ਕਰਮ ਬਹੋਰ ਨੇ, ਜਿਹੜੇ ਠੱਗ ਖੋਟੇ ਕਰਮ ਕਰਦੇ ਸੀ ਇਹਨਾਂ ਨੂੰ ਖੋਟੇ ਕਰਮ ਕਰਦਿਆਂ ਨੂੰ ਮੋੜਿਆ ਸਤਿਗੁਰਾਂ ਨੇ। ਸ੍ਰੀ ਗੁਰ ਪਰਮ ਪਰਬੀਨਾ, ਜੋ ਗੁਰੂ ਨਾਨਕ ਸਾਹਿਬ ਜੀ ਬੜੇ ਮਹਾਨ ਅੰਤਰਜਾਮੀ ਹੈ, ਚਤਰ ਸਿਆਣੇ ਹੈ ਸਤਿਗੁਰੂ। ਚੌਪਈ ਸਰਬ ਪੰਥ ਕੀ ਕਥਾ ਸੁਣਾਈ, ਸਾਰੇ ਰਸਤੇ ਦੀ ਇਹਨਾਂ ਨੇ ਜਿਹੜੀ ਕਥਾ ਹੈ ਆਪਣੇ ਨਾਲ ਦੇ ਦੋ ਠੱਗਾਂ ਨੂੰ ਸੁਣਾਈ ਹੈ। ਚਾਰਾਂ ਚਰਨ ਰਹੇ ਲਪਟਾਈ, ਜਿਸ ਕਰਕੇ ਚਾਰੋਂ ਜਾਣੇ ਸਤਿਗੁਰ ਜੀ ਦੇ ਚਰਨਾਂ ਤੇ ਫਿਰ ਲੱਗੇ ਰਹੇ। ਨਿੰਦ ਜੀਵਕਾ ਹੁਤੀ ਹਮਾਰੀ, ਕਹਿੰਦੇ ਮਹਾਰਾਜ ਸਾਡੀ ਜਿਹੜੀ ਜੀਵਕਾ ਨਾ ਗੁਜ਼ਾਰਾ ਗੁਜ਼ਰ, ਇਹ ਤੇ ਬੜਾ ਨਿੰਦਣਯੋਗ ਹੈ ਮਹਾਰਾਜ। ਮਾਰਹ ਜੀਵਨ ਬਿਨਾ ਵਿਚਾਰੀ, ਐਵੇਂ ਬਿਨਾਂ ਵਿਚਾਰੇ ਸੋਚੇ ਜੀਵਾਂ ਨੂੰ ਮਾਰਦੇ, ਠੱਗੀਆਂ ਮਾਰਦੇ ਆ, ਪਰਪੰਚ ਕਰਦੇ ਆ, ਆਪਣੇ ਪਰਿਵਾਰ ਵਾਸਤੇ ਬਹੁਤ ਪਰਪੰਚ ਕਰ ਪਾਲਤਾਂ ਲਿਆਵੈ, ਸੁਤਦਾਰਾ ਪਹਿ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀਵ ਪੈ ਲੀਜੈ। ਮਹਾਰਾਜ ਅਸੀਂ ਤੇ ਬੜੇ ਠੱਗ ਸਾਂ ਤੇ ਐਵੇਂ ਠੱਗੀਆਂ ਹੀ ਕਰੀ ਜਾਂਦੇ ਆਪਣੇ ਧੀਆਂ ਪੁੱਤਰਾਂ ਵਾਸਤੇ, ਸਾਡੀ ਜਿਹੜੀ ਜੀਵਕਾ ਗੁਜ਼ਰ ਗੁਜ਼ਾਰਾ ਨਿੰਦਣਯੋਗ ਹੈ ਜੀ। ਤੁਮ ਸਮਰੱਥ ਸੰਤ ਸੁਖਦਾਈ, ਤੁਸੀਂ ਤੇ ਸਰਬ ਕਲਾ ਸਮਰੱਥ ਪੂਰਨ ਸੰਤ ਸੁਖਾਂ ਨੂੰ ਦੇਣ ਵਾਲੇ ਸੁਖਦਾਈ ਹੋ। ਆਪਣੀ ਕਲਾ ਨਾ ਹਮਹਿ ਦਿਖਾਈ, ਵੇਖ ਲੋ ਮਹਾਰਾਜ ਤੁਸਾਂ ਨੇ ਸਾਡੇ ਘਰ ਵਿੱਚ ਵੀ ਜਾ ਕੇ ਆਪਣੀ ਕਲਾ ਸ਼ਕਤੀ ਨਹੀਂ ਦਿਖਾਈ ਹੈ। ਬਖਸ਼ਹ ਬੜੇ ਕਰੇ ਅਪਰਾਧੂ, ਜਿਹੜੇ ਅਸਾਂ ਨੇ ਵੱਡੇ ਵੱਡੇ ਅਪਰਾਧ ਗੁਨਾਹ ਕਰ ਦਿੱਤੇ ਹੈ ਮਹਾਰਾਜ ਉਹਨਾਂ ਨੂੰ ਬਖਸ਼ੋ ਆਪ। ਪਰ ਉਪਕਾਰੀ ਹੈ ਜਗ ਸਾਥੂ,
ਪਰ ਉਪਕਾਰੀ ਹੋਇ ਜਗ ਸਾਧੂ। ਕਿਉਂਕਿ ਜਿਹੜੇ ਸੰਸਾਰ ਵਿੱਚ ਸਾਧੂ ਹੁੰਦੇ ਉਹ ਬੜੇ ਪਰਉਪਕਾਰੀ, ਦੂਸਰਿਆਂ ਦਾ ਭਲੇ ਵਾਸਤੇ ਹੀ ਹੁੰਦੇ ਆ ਜੀ। ਚਲਹੁ ਗਰਾਮ ਸ਼੍ਰੀ ਪ੍ਰਭੂ ਬਹੋਰੀ। ਇਹ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਹੁਣ ਮੁੜ ਕੇ ਤੁਸੀਂ ਸਾਡੇ ਨਗਰ ਦੂਜੀ ਵਾਰ ਫੇਰ ਚੱਲੋ ਵਾਪਸ। ਬਿਨਤੀ ਸਰਬ ਕਰਹਿ ਕਰ ਜੋਰੀ। ਅਸੀਂ ਸਾਰੇ ਨਗਰ ਦੇ ਲੋਕ ਹੱਥ ਜੋੜ ਜੋੜ ਕੇ ਬਹੁਤ ਬੇਨਤੀਆਂ ਕਰਾਂਗੇ। ਅਗ ਓਗਨ ਮਹਿ ਹਮ ਗਲਤਾਨਾ। ਕਿਉਂਕਿ ਬਹੁਤਿਆਂ ਪਾਪਾਂ ਵਿੱਚ ਹੀ ਮਹਾਰਾਜ ਅਸੀਂ ਗਲਤਾਨ ਲੀਨ ਹੋਏ ਪਏ ਰਹਿੰਦੇ ਹਾਂ। ਹਿੰਸਾ ਮਹਿ ਦਿਨ ਰਾਨ ਬਿਤਾਨਾ। ਰਾਤ ਦਿਨ ਜੀਵ ਹੱਤਿਆ ਵਿੱਚ ਹੀ ਬੀਤ ਜਾਂਦਾ ਸਾਡਾ ਸਮਾਂ। ਮਾਰਦਿਆਂ ਲੁੱਟ ਲੈਂਦੇ ਹਾਂ, ਮਾਰਦਿਆਂ ਲੁੱਟ ਲੈਂਦੇ ਹਾਂ। ਦੀਨ ਪਏ ਅਵਲੋਕ ਗੁਸਾਈ। ਜਦੋਂ ਸੰਸਾਰ ਦੇ ਮਾਲਕ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦੀਨ ਹੋਇਆਂ ਦੇਖਿਆ, ਹਟੇ ਗ੍ਰਾਮ ਕੀ ਦੇਸ਼ ਤਿਸ ਥਾਈ। ਉਸ ਥਾਂ ਤੋਂ ਗੁਰੂ ਸਾਹਿਬ ਜੀ ਇਹਨਾਂ ਦੇ ਨਗਰ ਦੀ ਤਰਫ ਨੂੰ ਮੁੜੇ ਐ। ਸ੍ਰੀ ਗੁਰ ਕੋ ਲੈ ਸੰਗ ਸੋ ਆਏ। ਐਵੇਂ ਉਹ ਠੱਗ ਜਵਾਨ ਚਾਰੇ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਨਗਰ ਆਏ ਐ। ਸਰਬ ਪ੍ਰਸੰਗ ਹੈ ਗ੍ਰਾਮ ਸੁਨਾਏ। ਸਾਰਾ ਪ੍ਰਸੰਗ ਹੀ ਪਿੰਡ ਵਿੱਚ ਸੁਣਾਇਆ ਵੀ ਐਵੇਂ ਕਲਾ ਵਰਤੀ ਹੈ ਇਹਨਾਂ ਸੰਤਾਂ ਦੀ। ਹੁਤੋ ਸਥਾਨ ਜਹਾਂ ਤਨ ਨੀਕਾ। ਉਹਨਾਂ ਠੱਗਾਂ ਦਾ ਬਣਾਇਆ ਹੋਇਆ ਜਿੱਥੇ ਬੜਾ ਚੰਗਾ ਸੋਹਣਾ ਸਥਾਨ ਸੀ। ਤਹਾਂ ਬਿਠਾਏ ਬੇਦੀ ਕੁਲ ਟੀਕਾ। ਬੇਦੀਆਂ ਦੀ ਕੁਲ ਦੇ ਟਿੱਕਾ ਸ਼੍ਰੋਮਣੀ ਸਤਿਗੁਰ ਜੀ ਉਹ ਸੋਹਣੇ ਸਥਾਨ ਤੇ ਬਿਠਾਏ ਐ। ਕਰਹਿ ਉਪਾਇਨ ਬੰਧਨ ਕਰਹਿ। ਮੱਥੇ ਟੇਕਣਾ ਕਰਦੇ, ਭੇਟਾਂ ਰੱਖਦੇ ਬਹੁਤੀਆਂ। ਉਸਤਤ ਬਾਰੰਬਾਰ ਉਚਰਹਿ। ਬਾਰ ਬਾਰ ਸਤਿਗੁਰੂ ਜੀ ਦੀ ਉਸਤ ਕਰਦੇ ਵੀ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਜਿਸ ਪ੍ਰਕਾਰ ਹੋਇ ਭਲਾ ਹਮਾਰਾ। ਫਿਰ ਸਾਰੇ ਨਗਰ ਦੇ ਲੋਕ ਹੀ ਕਹਿਣ ਲੱਗੇ, ਹੇ ਮਹਾਰਾਜ ਜਿਸ ਤਰ੍ਹਾਂ ਸਾਡਾ ਭਲਾ ਹੋਵੇ ਜੀ। ਸਿਖਵਨ ਸੋ ਸਿਖਾਏ ਉਦਾਰਾ। ਉਹੀਓ ਜਿਹੜੀ ਆਪਣੀ ਸਿੱਖਿਆ ਸ੍ਰੇਸ਼ਟ ਮਹਾਨ ਸਿਖਾਓ, ਸਾਨੂੰ ਸਿਖਾ ਦਈਏ। ਮਾਨਵ ਸਰਬ ਕੋ ਕਰਮਨ ਲਾਗੇ। ਕਿਉਂਕਿ ਹੇ ਗੁਰੂ ਸਾਹਿਬ ਜੀ ਸਾਡੇ ਨਗਰ ਦੇ ਸਾਰੇ ਲੋਕ ਮਨੁੱਖ ਪੁਰਸ਼ ਮਾਈ ਭਾਈ ਖੋਟੇ ਕਰਮਾਂ ਵਿੱਚ ਹੀ ਲੱਗੇ ਹੋਏ ਐ। ਸਮਝ ਪਰੀ ਤੁਮ ਦਰਸ਼ਨ ਪਾਗੇ। ਤੁਹਾਡੇ ਜਿਹੜੇ ਦਰਸ਼ਨ ਹੈ ਤੁਹਾਡੇ ਦਰਸ਼ਨ ਪਾ ਕੇ ਸਾਰੀ ਸਮਝ ਪਈ ਵੀ ਅਸੀਂ ਤੇ ਬੜੇ ਮਾੜੇ ਕੰਮਾਂ 'ਚ ਲੱਗੇ ਹੋਏ ਆ। ਬਿਨਾ ਸੁਨੀ ਤਿਨ ਕੀ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰ ਜੀ ਨੇ ਜਦੋਂ ਇਹਨਾਂ ਦੀ ਬੇਨਤੀ ਸੁਣੀ। ਸੁਖਦ ਮੁਕਤ ਦਾ ਬੋਲੇ ਬਾਣੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਸੁਖ ਦੇਣ ਵਾਲੀ ਮੁਕਤੀ ਦੇਣ ਵਾਲੀ ਸਤਿਗੁਰ ਜੀ ਬਚਨ ਬਾਣੀ ਬੋਲੇ। ਨਿੰਦ ਜੀਵ ਕਾ ਪਾਛਲ ਤਿਆਗ। ਮਹਾਰਾਜ ਕਹਿੰਦੇ ਵੀ ਆ ਜਿਹੜੀ ਨਿੰਦਣ ਯੋਗ ਜੀਵਕਾ ਨਾ ਤੁਹਾਡਾ ਗੁਜ਼ਰ ਗੁਜ਼ਾਰਾ ਪਹਿਲਾਂ ਇਹਨੂੰ ਤੁਸੀਂ ਤਿਆਗੋ ਛੱਡੋ। ਪਿਛਲਾ ਜਿਹੜੀ ਤੁਹਾਡੀ ਜੀਵਕਾ ਹੈ ਨਾ ਠੱਗੀ ਮਾਰਨੀ ਵੀ ਜਿਹੜੀ ਨਿੰਦਣ ਯੋਗ ਹੈ ਵੀ ਜਿਹੜਾ ਕੰਮ ਹੀ ਐਸਾ ਕਰਨਾ। ਲੋਕ ਕਹਿੰਦੇ ਵੀ ਆਹ ਵੇਖ ਲਓ ਆ ਗਿਆ ਜੀ ਠੱਗ। ਆ ਜਿਹੜੇ ਠੱਗੀਆਂ ਮਾਰਦੇ ਲੋਕ ਵੇਖ ਕੇ ਕਹਿ ਦਿੰਦੇ ਆ ਗਿਆ ਜੀ ਆ ਬੜਾ ਤਗੜਾ ਠੱਗ ਜੀ, ਕਿਤੇ ਇਹਦਾ ਤਾਂ ਲਿਹਾਜ਼ ਨਹੀਂ ਕਰਦਾ। ਮਹਾਰਾਜ ਕਹਿੰਦੇ ਵੀ ਜਿਸ ਗੁਜ਼ਰ ਗੁਜ਼ਾਰੇ ਨਾਲ ਸਾਨੂੰ ਲੋਕ ਠੱਗ ਕਹਿਣ, ਹੇ ਭਾਈ ਉਹ ਪਿਛਲੀ ਆਪਣੀ ਕਿਰਿਆ ਇਹ ਉਪਜੀਵਕਾ ਠੱਗੀ ਵਾਲੀ ਨਿੰਦਣ ਯੋਗ ਇਹ ਤੁਸੀਂ ਛੱਡੋ ਪਹਿਲਾਂ। ਕਿ ਰਖੀ ਕਰਨ ਭਲੇ ਮਗ ਲਾਗੋ। ਜਿਹੜਾ ਚੰਗਾ ਰਸਤਾ ਹੈ ਵੀ ਧਰਮ ਦੀ ਕਿਰਤ ਕਰਨੀ, ਆ ਖੇਤੀ ਕਰਨੀ ਤੇ ਖੇਤੀ ਕਰਕੇ ਆਏ ਗਏ ਸਾਧੂ ਸੰਤ ਸਕੇ ਸੰਬੰਧੀਆਂ ਦੀ ਸੇਵਾ ਕਰਨੀ, ਅੰਨ ਅਨਾਜ ਦੇ ਕੇ ਮਿੱਠਾ ਆਦਿਕ ਦੇ ਕੇ ਇਹ ਤੁਸੀਂ ਖੇਤੀ ਕਰੋ ਚੰਗੀ। ਇਹ ਚੰਗਾ ਰਸਤਾ, ਇਹ ਚੰਗੇ ਰਸਤੇ ਵਿੱਚ ਲੱਗੋ। ਅਬ ਜੇ ਤੋ ਘਰ ਮਹਿ ਹੋ ਦਰਬਾਰ। ਹੁਣ ਜਿੰਨਾ ਹੀ ਤੁਹਾਡੇ ਘਰ ਵਿੱਚ ਪੈਸਾ ਇਕੱਠਾ ਕੀਤਾ ਹੋਇਆ ਹੈ ਪਾਪਨ ਕਾ ਸੁਲਟਾਵਹੁ ਸਰਬਾ। ਉਹ ਸਾਰਾ ਪੈਸਾ ਪਾਪਾਂ ਦਾ ਹੀ ਹੈ। ਉਹ ਇਸ ਕਰਕੇ ਪਾਪਾਂ ਦੇ ਪੈਸੇ ਨੂੰ ਤੁਸੀਂ ਗਰੀਬ ਗੁਰਬੇ ਉੱਪਰ ਲੁਟਾ ਦਿਓ। ਜਿਵੇਂ ਲੋਕਾਂ ਦੇ ਗਲ ਵੱਡੇ ਇਹ ਹੁਣ ਮਾਇਆ ਦੇ ਕੇ ਲੁਟਾ ਕੇ ਆਪਣਾ ਭਲਾ ਕਰ ਲਓ। ਕਰਹੁ ਕਮਾਈ ਹਾਥਨ ਸੰਗਾ। ਆਪਣੇ ਦਸਾਂ ਨੌਵਾਂ ਨਾਲ ਭਾਵ ਹੱਥਾਂ ਨਾਲ
ਜਿਹੜੀ ਧਰਮ ਦੀ ਕਿਰਤ ਕਰੋ। ਤਿਹ ਮਹਿ ਕਰੋ ਪੁੰਨ ਸੁਮੰਗਾ। ਹੱਥਾਂ ਨਾਲ ਕਮਾਈ ਕਰੋ, ਫਿਰ ਉਸ ਵਿੱਚ ਜੋ ਲਾਭ ਹੋਏਗਾ ਉਹਦਾ ਤੁਸੀਂ ਬੜੇ ਉਤਸ਼ਾਹ ਨਾਲ, ਚਾਅ ਨਾਲ ਦਾਨ ਪੁੰਨ ਕਰਿਆ ਕਰੋ। ਗ੍ਰਾਮ ਬਿਖੈ ਧਰਮਸ਼ਾਲਾ ਰਚੀਏ। ਇਸ ਆਪਣੇ ਨਗਰ ਵਿੱਚ ਧਰਮ ਦੀ ਜਗ੍ਹਾ ਸਤ ਸੰਗਤ ਕਰਨ ਵਾਸਤੇ ਬਣਾ ਲਈਏ। ਅਸਨ ਖਵਾਏ ਅਥਿਤ ਪੁਨ ਅਚੀਏ। ਫਿਰ ਜਿਹੜਾ ਵੀ ਅਤਿਥੀ ਲੋੜਵੰਦ ਕੋਈ ਆਉਂਦਾ ਇੱਥੇ ਘਰ ਵਿੱਚ, ਗਰੀਬ ਮੁਹਤਾਜ ਵਿਚਾਰਾ ਬੇਵੱਸ, ਉਹਨੂੰ ਪਹਿਲਾਂ ਭੋਜਨ ਛਕਾ ਕੇ ਫਿਰ ਆਪ ਛਕਣਾ ਕਰੀਏ। ਸਤਿਨਾਮ ਕੋ ਸਿਮਰਨ ਕਰਨਾ। ਜਿਹੜਾ ਸਤਿਨਾਮ ਵਾਹਿਗੁਰੂ ਦਾ ਸਿਮਰਨ ਹੈ ਇਹ ਤੁਸਾਂ ਨੇ ਕਰਨਾ ਹੈ। ਮੰਤਰ ਸਰਬ ਕਲਖਨ ਕੋ ਹਰਨਾ। ਜੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਕਰੋਗੇ, ਜਿੰਨੇ ਇਹ ਜਿਹੜਾ ਮੰਤਰ ਹੈ ਸਤਿਨਾਮ ਵਾਹਿਗੁਰੂ, ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਨਾਸ ਕਰ ਦੇਵੇਗਾ ਸਾਰੇ ਪਾਪ। ਕ੍ਰਿਤ ਕਰਹੁ ਆਪਣੀ ਦਿਨ ਮਾਹੀ। ਦਿਨ ਵਿੱਚ ਤੇ ਆਪਣੀ ਮਿਹਨਤ ਮਸਕਤ ਕਿਰਤ ਕਮਾਈ ਕਰੋ। ਮਿਲਹੁ ਸਾਂਝ ਧਰਮਸ਼ਾਲਾ ਜਾਹੀ। ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਧਰਮਸ਼ਾਲਾ ਧਰਮ ਦੀ ਜਗ੍ਹਾ ਵਿੱਚ ਆ ਕੇ ਮਿਲੋ ਤੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਿਮਰਿਆ ਕਰੋ। ਤਹਾਂ ਬੈਠ ਪ੍ਰਭ ਕੀਰਤ ਗਾਵਹੁ। ਉਹ ਧਰਮਸ਼ਾਲਾ ਵਿੱਚ ਬੈਠ ਕੇ ਜਿਹੜੀ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕੀਰਤੀ ਉਹ ਗਾਇਆ ਕਰੋ। ਔਰ ਹੋਤ ਨਾ ਮਹਿ ਲਿਵ ਲਾਵਹੁ। ਜਦੋਂ ਹੀ ਸਵੇਰ ਹੁੰਦੀ ਅੰਮ੍ਰਿਤ ਵੇਲੇ ਪਹਿਰ ਰਾਤ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਨਾਮ ਚ ਲਿਵ ਲਾਓ। ਸੰਤ ਅਥਿਥ ਕੀ ਸੇਵਾ ਕਰੀਏ। ਆਏ ਗਏ ਸੰਤਾਂ ਦੀ ਲੋੜਵੰਦਾ ਅਭਿਆਗਤ ਸਾਧੂਆਂ ਦੀ ਸੇਵਾ ਕਰੀਏ। ਭਾਉ ਭਗਤ ਹਿਰਦੇ ਮਹਿ ਧਰੀਏ। ਜਿਹੜੀ ਵਾਹਿਗੁਰੂ ਦੀ ਪ੍ਰੇਮ ਨਾਲ ਭਗਤੀ ਕਰਨੀ ਹੈ ਇਹਨੂੰ ਹਿਰਦੇ ਵਿੱਚ ਧਾਰਨ ਕਰੀਏ। ਇਹ ਉਪਦੇਸ਼ ਸਦੀਵ ਕਮਾਵਹੁ। ਇਹ ਜਿਹੜਾ ਉਪਦੇਸ਼ ਸਾਡਾ ਦਿੱਤਾ ਹੋਇਆ ਹਮੇਸ਼ਾ ਹੀ ਤੁਸੀਂ ਕਮਾਓ। ਤੁਮਰਾ ਭਲਾ ਹੋਏ ਸੁਖ ਪਾਵਹੁ। ਜਿਸ ਕਰਕੇ ਤੁਹਾਡਾ ਭਲਾ ਹੋਏਗਾ ਤੁਸੀਂ ਸਾਰੇ ਸੁਖ ਪਾ ਲਓਗੇ ਇੱਥੇ ਉੱਥੇ। ਮਾਨੇ ਬਚਨ ਗੁਰੂ ਕੇ ਸਭ ਹੀ। ਇੰਨੇ ਜਿੱਥੇ ਕਿੱਥੇ ਠੱਗ ਸਨ ਤੇ ਗੁਰੂ ਸਾਹਿਬ ਜੀ ਦੇ ਹੁਣ ਬਚਨ ਸੁਣ ਕੇ ਬੜੇ ਨਿਮਾਣੇ ਸੁਧਰ ਗਏ ਐ। ਇਹਨਾਂ ਨੇ ਸਾਰੇ ਗੁਰੂ ਸਾਹਿਬ ਜੀ ਦੇ ਬਚਨ ਮੰਨੇ ਐ। ਦਰਬ ਲੁਟਾਏ ਦੀਨ ਤਿਨ ਤਬ ਹੀ। ਇਹਨਾਂ ਲੋਕਾਂ ਨੇ ਠੱਗਾਂ ਨੇ ਜਿੰਨਾ ਪੈਸਾ ਲੁੱਟਿਆ ਸੀ ਸਾਰਾ ਗਰੀਬ ਗੁਰਬਾ ਨੇ ਜਿਹੜਾ ਲੁਟਾ ਦਿੱਤਾ ਹੈ, ਵੰਡ ਦਿੱਤਾ ਸਭ ਨੂੰ। ਖੇਤੀ ਕਰਨ ਲੱਗਿਓ ਸਭ ਗ੍ਰਾਮਾ। ਸਾਰਾ ਨਗਰ ਹੀ ਜਿਹੜਾ ਖੇਤੀ ਕਰਨ ਲੱਗ ਪਿਆ ਹੈ। ਪੂਰਬ ਕੋ ਤਜ ਦਇਓਕ ਕਾਮਾ। ਪਹਿਲਾ ਜਿਹੜਾ ਖੋਟਾ ਕੰਮ ਸੀ, ਠੱਗੀਆਂ ਕਰਨੀਆਂ, ਗਲੇ ਵੱਢਣੇ, ਮਾਰ ਘਾਟ ਕਰਨੇ, ਸਾਰੇ ਹੀ ਛੱਡ ਦਿੱਤੇ ਐ। ਧਰਮਸਾਲ ਮਿਲ ਸਗਲ ਸਵਾਰੀ। ਸਾਰਿਆਂ ਨੇ ਨਗਰਦਿਆਂ ਨੇ ਮਿਲ ਜੁਲ ਕੇ ਧਰਮ ਦੀ ਜਗ੍ਹਾ ਬਣਾਈ ਸਵਾਰੀ ਐ। ਭਾਉ ਭਗਤ ਕੇ ਭੇ ਅਧਿਕਾਰੀ। ਜਿਸ ਕਰਕੇ ਪ੍ਰੇਮਾ ਭਗਤੀ ਦੇ ਸਾਰੇ ਅਧਿਕਾਰੀ ਹੋ ਗਏ, ਪ੍ਰੇਮ ਨਾਲ ਹੀ ਭਗਤੀ ਕਰਨ ਲੱਗੇ ਐ। ਸਿਮਰਨ ਲੱਗੇ ਵਾਹਿਗੁਰੂ ਨਾਮੋ। ਹੁਣ ਤੇ ਬੜਾ ਹਿਰਦੇ ਦੇ ਵਿੱਚ ਵਾਹਿਗੁਰੂ 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 ਨਾਮ ਸਿਮਰਨ ਲੱਗੇ ਐ। ਸਿੱਖੀ ਰੀਤ ਲੀਨ ਅਬਰਾਮੋ। ਜਿਹੜੀ ਸੁੰਦਰ ਸਿੱਖੀ ਦੀ ਰੀਤੀ ਹੈ ਉਹ ਇਹਨਾਂ ਨੇ ਲੈ ਲਈ ਹੈ, ਭਾਵ ਸਿੱਖੀ ਦੀ ਮਰਿਆਦਾ ਧਾਰਨ ਕਰ ਲਈ ਹੈ। ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਕੇ ਨਾਮ ਜਪਦੇ, ਧਰਮ ਦੀ ਕਿਰਤ ਕਰਦੇ, ਦਾਨ ਕਰਦੇ, ਪੁੰਨ ਕਰਦੇ, ਵੰਡ ਕੇ ਛਕਦੇ। ਈਰਖਾ ਨਿੰਦਾ ਚੁਗਲੀ ਬਖੀਲੀ ਇਹ ਸਭ ਛੱਡ ਦਿੱਤੀ। ਅਸਲ ਰੀਤੀ ਸਿੱਖੀ ਦੀ ਲਈ ਹੈ ਸੋਹਣੀ। ਕਿਤਕ ਦਿਵਸ ਬਸ ਕਰ ਤਿਹ ਥਾਨਾ। ਕੁਝ ਕੁ ਦਿਨ ਇਸ ਨਗਰ ਵਿੱਚ ਹੀ ਵਸ ਕੇ ਸਤਿਗੁਰੂ ਜੀ ਭਾਉ ਭਗਤ ਬਿਦਨੀ ਕਦਰਡਾਨਾ। ਵਾਹਿਗੁਰੂ ਦੀ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ ਸਭ ਤੋਂ ਸਰਬੋਤਮ ਭਗਤੀ ਹੈ। ਭਾਵ ਭਗਤੀ ਜਾਂ ਪਰਾ ਭਗਤੀ ਇਹ ਗੁਰੂ ਜੀ ਨੇ ਚੰਗੀ ਤਰ੍ਹਾਂ ਪੱਕਿਆਂ ਕਰ ਦਿੱਤੀ ਹੈ। ਬਖਸ਼ੇ ਸਰਬ ਪਾਪ ਤਿਨ ਕੇਰੇ। ਉਹਨਾਂ ਦੇ ਜਿਹੜੇ ਸਾਰੇ ਪਾਪ ਹੀ ਮਹਾਰਾਜ ਜੀ ਨੇ ਬਖਸ਼ੇ ਹੈ। ਬਾਹਰ ਚਲਾਏ ਪੰਥ ਭੁਲੇਰੇ। ਫਿਰ ਜਿਹੜੇ ਚੰਗੇ ਰਸਤੇ ਦੇ ਭਾਵ ਭਗਤੀ ਦੇ ਰਸਤੇ ਦੇ ਚਲਾਏ ਹੈ ਸਾਰੇ। ਵਿਦਾ ਹੋਏ ਤਿਨ ਤੇ ਬਰ ਆਈ। ਫਿਰ ਗੁਰੂ ਸਾਹਿਬ ਜੀ ਕਹਿੰਦੇ ਸੀ ਜਾਣਾ ਹੈ ਚੱਲਣਾ, ਇਹ ਜਾਣ ਨਹੀਂ ਦਿੰਦੇ। ਕਹਿੰਦੇ ਮਹਾਰਾਜ ਨਹੀਂ ਜਾਣ ਦੇਣਾ, ਇੱਥੇ ਰਹੋ, ਤੁਹਾਡਾ ਦਰਸ਼ਨ ਕਰਦੇ ਹਾਂ, ਸੁੱਖ ਪਾਉਂਦੇ ਹਾਂ, ਜੋ ਮਹਾਰਾਜ ਕਹੋਗੇ ਉਹੀ ਸੇਵਾ ਕਰਾਂਗੇ।
ਜੋ ਮੰਗੋਗੇ ਉਹੀ ਛਕਾਵਾਂਗੇ, ਪਰ ਤੁਸੀਂ ਜਾਓ ਨਾ। ਪਰ ਮਹਾਰਾਜ ਜੀ ਮੱਲੋ ਮੱਲੀ ਜੋਰੋ ਜੋਰੀ ਇਹਨਾਂ ਤੋਂ ਵਿਦਾ ਹੋ ਗਏ। ਆਗੇ ਕੀਨੋ ਗਮਨ ਗੁਸਾਈ, ਸੰਸਾਰ ਦੇ ਸਾਈਂ ਮਾਲਕ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਮਹਾ ਅਗੀ ਜਿਨ ਜਗਤ ਉਦਾਰੇ, ਜਿਨ੍ਹਾਂ ਸਤਿਗੁਰਾਂ ਨੇ ਬੜੇ ਬੜੇ ਤਗੜੇ ਪਾਪੀ ਉਧਾਰੇ ਐ, ਤਾਰੇ ਐ। ਤਿਨ ਦਰਸ਼ਨ ਪਰ ਕਵ ਬਲਹਾਰੇ, ਜਿਨ੍ਹਾਂ ਸਤਿਗੁਰਾਂ ਜੀ ਨੇ ਸੰਸਾਰ ਵਿੱਚ ਵੱਡੇ ਵੱਡੇ ਪਾਪੀ ਉਧਾਰੇ ਤਾਰੇ ਐ। ਤਿੰਨਾਂ ਸਤਿਗੁਰਾਂ ਦਾ ਦਰਸ਼ਨ ਕਰਕੇ ਮੈਂ ਕਵੀ ਕਹਿੰਦੇ ਬਲਹਾਰ ਕੁਰਬਾਨ ਜਾਨਾ ਹਾਂ। ਜਿਨ੍ਹਾਂ ਸਤਿਗੁਰਾਂ ਨੇ ਪਤਾ ਨਹੀਂ ਕਿੰਨੇ ਕੁ ਤਾਰੇ, ਗਿਣਤੀ ਕੋਈ ਨਹੀਂ ਹੈ। ਜਿਵੇਂ ਉਹ ਵਿਦਵਾਨਾਂ ਨੇ ਕਿਹਾ ਨਾ, ਤਾਰੇ ਗਨੇ ਜਾਤ ਹੈ ਨਾ, ਤਾਰੇ ਗਨੇ ਜਾਤ ਹੈ। ਅੱਖਰ ਉਹੀ ਹੈ ਅਤੇ ਉਹ ਬੋਲਣ ਵਿੱਚ ਵੀ ਹੋਈ ਹੈ, ਅਰਥ ਪਰ ਵੱਖਰਾ ਹੈ। ਤਾਰੇ ਗਨੇ ਜਾਤ ਹੈ ਕਿ ਜਿਹੜੇ ਆਕਾਸ਼ ਵਿੱਚ ਤਾਰੇ ਉਹ ਤਾਂ ਸ਼ਕਤੀ ਸਿੱਧੀ ਨਾਲ ਗਿਣੇ ਜਾ ਸਕਦੇ ਹੈ। ਤਾਰੇ ਗਨੇ ਜਾਤ ਹੈ ਨਾ, ਤਾਰੇ ਗਨੇ ਜਾਤ ਹੈ। ਪਰ ਜੋ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਹੈ ਪੁਰਸ਼, ਉਹ ਨਹੀਂ ਗਿਣੇ ਜਾ ਸਕਦੇ। ਐਸੇ ਸਤਿਗੁਰਾਂ ਤੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬਲਹਾਰ ਕੁਰਬਾਨ ਜਾਨਾ ਹਾਂ। ਤੇ ਦਰਸ਼ਨ ਪਰ ਐਸੇ ਸਤਿਗੁਰਾਂ ਦੇ ਦਰਸ਼ਨਾਂ ਉੱਪਰ ਮੈਂ ਬਲਹਾਰ ਕੁਰਬਾਨ ਜਾਨਾ ਹਾਂ। ਹੇ ਭਾਈ, ਹੇ ਗੁਰੂ ਕੀ ਸੰਗਤ, ਸਿੱਖੀ ਨੂੰ ਧਾਰਨ ਕਰਨ ਵਾਲਿਓ ਸਿੱਖੋ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਲਹਾਰ ਕੁਰਬਾਨ ਜਾਓ, ਜਿਸ ਕਰਕੇ ਤੁਹਾਨੂੰ ਵੀ ਸਰਬ ਸੁੱਖ ਪ੍ਰਾਪਤ ਹੋਣਗੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ, ਬਾਲਕ ਵਪਾਰੀ ਵੰਚਕਨ ਪ੍ਰਸੰਗ, ਵਰਣਨ ਨਾਮ ਪੰਚ ਦਸਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਅਖੀਰਲਾ ਹਿੱਸੇ ਵਿੱਚ ਜੋ 15ਵਾਂ ਅਧਿਆਏ ਹੈ ਉਹ ਸਮਾਪਤ ਹੋਇਆ। ਇਸ ਅਧਿਆਏ ਵਿੱਚ ਉਸ ਬੱਚੇ ਨੂੰ ਪਾਤਸ਼ਾਹੀ ਬਖਸ਼ੀ ਅਤੇ ਵਪਾਰੀ ਨੂੰ ਉਪਦੇਸ਼ ਬਖਸ਼ ਕੇ ਗਿਆਨ, ਬ੍ਰਹਮ ਗਿਆਨ, ਅਪਰੋਕਸ਼ ਗਿਆਨ ਬਖਸ਼ਿਆ। ਇਹ ਠੱਗਾਂ ਨੂੰ ਸਿੱਧੇ ਰਾਹ ਪਾ ਕੇ ਭਾਵ ਭਗਤੀ ਦੇ ਰਸਤੇ 'ਤੇ ਪਾਇਆ। ਇਹ ਪ੍ਰਸੰਗ ਵਰਣਨ ਕੀਤੀ, ਜਿਸ ਪ੍ਰਸੰਗ ਵਿੱਚ ਇੱਥੇ ਇਤੀ ਕਹੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਵਿਦਾ ਭਏ ਤਿਨ ਤੇ ਬਰਿਆਈ, ਆਗੇ ਕੀਨੋ ਗਮਨ ਗੁਸਾਈ, ਮਹਾ ਅਗੀ ਜਿਨ ਜਗਤ ਉਦਾਰੇ, ਤਿਨ ਦਰਸ਼ਨ ਪਰ ਕਵ ਬਲਹਾਰੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ, ਬਾਲਕ ਵਪਾਰੀ ਵੰਚਕਨ ਪ੍ਰਸੰਗ, ਵਰਣਨ ਨਾਮ ਪੰਚ ਦਸਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।